सत श्री अकाल। तुसीं देख रहे हो पंजाब मेल USA TV प्रोग्राम अखबारनामा लैके मैं जतिंदर सिंह हाजिर हाँ। ਤੇ ਮੈਂ ਵਰੁਣ ਕੌਰ ਮਾਨ ਅਖਬਾਰਨਾਮਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਜਤਿੰਦਰ ਕੀ ਕਹਿੰਦੀਆਂ ਨੇ ਅਖਬਾਰਾਂ ਅਖਬਾਰਾਂ ਬਿਲਕੁਲ ਉਹੀ ਜਿਹੜੀ ਖਬਰ ਹੈ ਜਿਹੜੀ ਜਿਹਨੂੰ ਅਸੀਂ ਲਗਾਤਾਰ 2-3 ਮਹੀਨਿਆਂ ਤੋਂ ਲੈ ਰਹੇ ਹਾਂ ਉਹ ਖਬਰ ਪਹਿਲੇ ਨੰਬਰ ਤੇ ਹੀ ਆ ਜੀ। ਕੱਲ ਜਿਹੜੀ ਹੈ 5ਵੇਂ ਗੇੜ ਦੀ ਬੈਠਕ ਹੋਈ ਆ ਔਰ ਉਹ ਬੈਠਕ ਦਾ ਜਿਹੜਾ ਹੈ ਹਰ ਵਾਰ ਦੀ ਤਰ੍ਹਾਂ ਬੈਠਕਾਂ ਦੇ ਵਿੱਚੋਂ ਕੋਈ ਖਾਸ ਨਤੀਜਾ ਨਹੀਂ ਨਿਕਲਿਆ। हाँ ਜਾਂ ਨਾ हो रही है। मैनू लगता है कि ये लारे ही लग रहे हैं क्योंकि देखो जो सिट्टे निकलने होंगे ना पहली दूजी मीटिंग च निकल जाते। ये कह रहे ने किसी फैसले ते नहीं पहुंचा जा रहा, किसान अपना पक्ष रख रहे ने, किसान जिहड़े ने ते सरकार अपना पक्ष रख रही है, जबकि कई किसान साफ साफ सीधे लफ्ज़ां च कह रहे हैं सानू साडे पक्षां नाल नहीं मतलब, सानू ये मतलब है कि कानून रद्द होण, तुसीं जिहड़े मर्जी पक्ष रखी जाओ सरकार नूं। सरकार जिहड़ी है फिर मीटिंग ते मीटिंग रख रही है। मैनू तो ये लारे लग रहे हैं। नहीं देखो ये गल तो बिल्कुल सही है कि जो तुसी सरकार नाल आडा लेने ना तो बहुत सारिया जिहड़े तुहानूं तरीके अपनाए जाते कि तुसी टुट जाओ। सब तो पहले जो उन्होंने कहा सीगा कि तुसी अपने जिहड़े जथेबंदियां ने उन्हां दे विचों 5 मैंबर सिलेक्ट करो तो वो लैके आओ, वो भी एक तोड़न दा तरीका हुंदा है। दूसरा उन्होंने ये कह दिता कि तुसी सस्पेंडिड कर दो, लमका दो, अज नहीं कल नहीं परसों नहीं चौथ नहीं, ठीक है, एक लमका भी दूसरा तरीका है। पर उन्होंने किते ना किते हुण क्लीयर हो गया कि पंजाब दे लोग जिहड़े आए हुए ने ਇਹ ਪੰਜਾਬੀ ਨੇ, ਇਹਨਾਂ ਕੋਲੇ ਇਹ ਕਹਿ ਲਓ ਕਿ ਰਾਸ਼ਨ ਦੀ ਕੋਈ ਕਮੀ ਨਹੀਂ ਹੈਗੀ। ਸਭ ਤੋਂ ਜ਼ਿਆਦਾ ਚੀਜ਼ ਜਿਹੜੀ ਹੁੰਦੀ ਹੈ ਕਿ ਰਾਸ਼ਨ ਤੋਂ ਹੁੰਦੀ ਦਲੇਰੀ ਦੀ ਕਮੀ ਹੈ। ਸੋ ਇਹ ਇੱਕ ਕੌਮ ਇਦਾਂ ਦੀ ਹੈ ਜਿਨ੍ਹਾਂ ਕੋਲੇ ਇਹ ਦੋਹੇ ਚੀਜ਼ਾਂ ਦੀ ਕਮੀ ਨਹੀਂ ਹੈਗੀ। ਅਸੀਂ ਲਗਾਤਾਰ ਦੇਖਿਆ ਹੈ ਉਹ ਬਿਲਕੁਲ ਡਟੇ ਹੋਏ ਨੇ। ਜਦੋਂ ਇਹਨਾਂ ਦੇ ਉੱਤੇ ਅਥਰੂ ਗੈਸ ਸਿੱਟੇ ਗਏ ਨੇ ਉਹ ਲਗਾਤਾਰ ਉਹ ਬੋਚਦੇ ਸੀ, ਉਹਨਾਂ ਨੂੰ ਪਾਣੀ ਠੰਡੇ ਸਿੱਟ ਲੈਂਦੇ ਸੀਗੇ, ਗੱਲ ਖਤਮ ਕਰ ਦਿੰਦੇ ਸੀ। ਟੋਏ ਪੱਟੇ ਆ, ਟੋਏ ਉਹਨਾਂ ਨੇ ਉਹ ਪੂਰ ਲਿਆ। ਇਹ ਕਿਤੇ ਨਾ ਕਿਤੇ ਇਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਇਹਨਾਂ ਦੇ ਮੋਹਰੇ ਜਿਹੜਾ ਮਰਜ਼ੀ ਅੜਿੱਕਾ ਲਾ ਲਓ ਇਹ ਜਿਉਂਦੇ ਤਿਉਂ ਖੜੇ ਨੇ। ਸੋ ਇੱਕ ਤਰੀਕੇ ਨਾਲ ਹੁਣ ਆਪਾਂ ਕਹ ਲਈਏ ਸਰਕਾਰ ਹਿੱਲੀ ਤਾਂ ਹੈ। ਪਹਿਲਾਂ ਉਹ ਤਰਮੀਮ ਦੀ ਗੱਲ ਕਰ ਰਹੇ ਸੀ ਕਿ ਅਸੀਂ ਇਹਦੇ ਵਿੱਚ ਤਰਮੀਮ ਕਰ ਲਵਾਂਗੇ। ਹੁਣ ਜਦੋਂ ਆਪਾਂ ਕਹ ਲਈਏ ਕਿ ਬਾਰ-ਬਾਰ ਜਦੋਂ ਤੁਸੀਂ ਗੱਲ ਕਰਦੇ ਹੋ ਨਾ ਫਿਰ ਤਰਮੀਮ ਦਾ ਵੀ ਸ਼ਾਇਦ ਕੋਈ ਸਿੱਟਾ ਨਾ ਨਿਕਲੇ, ਇਸ ਲਈ ਹੁਣ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਕਹਿ ਦਿੱਤਾ ਕਿ ਇਹਨਾਂ ਨੂੰ ਮੁੱਢ ਕਦੀਮੀ ਰੱਦ ਕਰ ਦਿਓ। ਇਹਨਾਂ ਨਾ ਲਾਰੇ ਲਾ ਕੇ ਚਾਹੁੰਦੇ ਆ ਕਿ ਕਿਸਾਨ ਥੱਕ ਜਾਣ। ਮੀਟਿੰਗਾਂ ਤਾਂ ਰੱਖ ਰਹੇ ਨੇ ਕਿ ਭੁਲੇਖੇ ਪਾਏ ਜਾਣ ਕਿ ਅਗਲੀ ਮੀਟਿੰਗ 'ਚ ਸ਼ਾਇਦ ਕੁਛ ਹੋ ਜਾਵੇ, ਤੁਸੀਂ ਵਾਪਸ ਮੁੜ ਜਾਓ। ਕਿਤੇ ਨਾ ਕਿਤੇ ਜੋ ਮੇਰੇ ਨਜ਼ਰੀਏ ਦੇ ਹਿਸਾਬ ਦੇ ਨਾਲ ਸਰਕਾਰ ਦਾ ਇੱਕੋ ਹੀ ਮਾਪਦੰਡ ਹੈ ਕਿ ਕਿਸਾਨਾਂ ਨੂੰ ਉਸ ਧਰਨੇ ਤੋਂ ਹਟਾ ਦਿੱਤਾ ਜਾਵੇ, ਚਾਹੇ ਉਹ ਮੀਟਿੰਗਾਂ ਦਾ ਲਾਰਾ ਲਾ ਕੇ ਹਟਾਇਆ ਜਾਵੇ ਜਾਂ ਕੁਝ ਹੋਰ ਲਾਰੇ ਲਾ ਕੇ ਹਟਾਏ ਜਾਣ। ਇੱਦਾਂ ਕਰੀ ਜਾਂਦੇ ਆ ਕਿ ਆਪਾਂ ਕੱਲ ਮੀਟਿੰਗ ਰੱਖ ਲੈਂਦੇ ਆ, ਅਗਲੀ ਮੀਟਿੰਗ ਰੱਖ ਲੈਂਦੇ ਆ। ਇਹਨਾਂ ਨੂੰ ਲੱਗਦਾ ਹੈ ਕਿ ਜਿਹੜੇ ਉੱਥੇ ਲੋਕ ਬੈਠੇ ਹੋਏ ਨੇ ਉਹ ਸੋਚਣਗੇ ਕਿ ਹਾਂ ਹੁਣ ਹੱਲ ਨਿਕਲ ਗਿਆ, ਹੁਣ ਘਰਾਂ ਨੂੰ ਚਲੀਏ, ਜਦ ਕਿ ਇਹਨਾਂ ਨੂੰ ਇਹ ਨਹੀਂ ਪਤਾ ਸਰਕਾਰਾਂ ਨੂੰ ਕਿ ਜਦੋਂ ਤੱਕ ਤੁਸੀਂ ਉਹ ਕਾਨੂੰਨ ਵਾਪਸ ਨਹੀਂ ਲੈ ਲੈਂਦੇ ਕਿਸਾਨਾਂ ਨੇ ਨਹੀਂ ਹਿੱਲਣਾ। ਅੱਜ ਆਪਣੇ ਹੀ ਚੈਨਲ ਤੇ ਮੇਰੀ ਕੁਝ ਬੀਬੀਆਂ ਦੇ ਨਾਲ, ਕੁਝ ਭਰਾਵਾਂ ਦੇ ਨਾਲ ਦੂਸਰੇ ਪ੍ਰੋਗਰਾਮ 'ਚ ਗੱਲਬਾਤ ਹੋਈ ਸੀ ਫੋਨ ਦੇ ਉੱਤੇ। ਉਹ ਸਾਫ਼ ਤੇ ਸਿੱਧੇ ਤੌਰ ਤੇ ਕਹਿ ਰਹੇ ਨੇ ਸਾਨੂੰ ਸਾਡੇ ਨਾਲ ਗੱਲ ਕਰਕੇ ਕਿ ਚਾਹੇ 2024 ਆ ਜਾਵੇ ਅਸੀਂ ਨਹੀਂ ਹਿੱਲਣਾ ਜਦੋਂ ਤੱਕ ਇਹ ਕਾਨੂੰਨ ਵਾਪਸ ਨਹੀਂ ਲਈ ਜਾਂਦੇ। ਤੁਸੀਂ ਜਿੰਨੀਆਂ ਮਰਜ਼ੀ ਮੀਟਿੰਗਾਂ ਦੇ ਲਾਰੇ ਲਾਓ, ਜਾਂ ਤਾਂ ਹੱਲ ਦਿਓ ਤੇ ਜਾਂ ਤਾਂ ਫਿਰ ਅਸੀਂ ਨਹੀਂ ਹਿਲਦੇ। ਦੇਖੋ ਇਹ ਕੱਲ ਵਾਲੀ ਮੀਟਿੰਗ 'ਚ ਉਹਨਾਂ ਨੇ ਕਲੀਅਰ ਕਰ ਦਿੱਤਾ। ਕੱਲ ਸਾਰੀਆਂ ਜਿਹੜੀ ਜਥੇਬੰਦੀਆਂ ਸੀ ਉਹ ਇਹ ਕਹਿ ਰਹੀਆਂ ਸੀ ਕਿ ਅਸੀਂ ਗੱਲਬਾਤ ਨਹੀਂ ਕਰਨ ਜਾ ਰਹੇ, ਅਸੀਂ ਫੈਸਲਾ ਕਰਨ ਜਾ ਰਹੇ ਹਾਂ, ਹੈ ਨਾ। ਫਿਰ ਹੁਣ ਦੇਖੋ ਤੁਸੀਂ ਸਰਕਾਰ ਨਾਲ ਆਡਾ ਲਾਇਆ ਹੋਇਆ, ਐਡਾ ਅਸੀਂ ਜਲਦੀ ਵੀ ਕਿਸੇ ਫੈਸਲੇ ਤੇ ਨਹੀਂ ਪਹੁੰਚ ਸਕਦੇ। ਇਹ ਤਾਂ ਸਾਨੂੰ ਮੰਨ ਕੇ ਚੱਲਣਾ ਚਾਹੀਦਾ ਹੈ। ਅੱਜ 11ਵਾਂ ਦਿਨ ਹੈ, ਹੌਲੀ ਹੌਲੀ ਪਤਾ ਨਹੀਂ ਇਹ ਕਿੰਨੇ 11 ਦਿਨ ਆਉਣੇ ਨੇ, ਸ਼ਾਇਦ ਸਾਨੂੰ ਇਹ ਲੱਗ ਰਿਹਾ। ਹੁਣ 10 ਤਰੀਕ ਤੱਕ ਗੱਲ ਪੈ ਗਈ ਹੈ, 10 ਤਰੀਕ ਨੂੰ ਦੇਖਦੇ ਹਾਂ ਫਿਰ ਕੀ ਨਿਕਲਦਾ ਹੈ। ਇਹ 10 ਤਰੀਕ ਵਾਲੀ ਜਿਹੜੀ ਹੈ ਥੋੜੀ ਪੋਜ਼ਿਟਿਵ ਲੱਗਦੀ ਹੈ। ਜਦੋਂ ਕੱਲ ਮੀਟਿੰਗ ਹੋ ਰਹੀ ਸੀਗੀ ਤੇ ਪਤਾ ਚੱਲਿਆ ਕਿ ਮੀਟਿੰਗ ਦੇ ਪਹਿਲੇ ਹਫ਼ਤੇ ਤਾਂ ਸ਼ਾਇਦ ਕੋਈ ਗੱਲ ਹੋਈ ਨਹੀਂ। ਫਿਰ ਇਹਨਾਂ ਨੇ ਦੂਸਰੇ ਹਫ਼ਤੇ ਦੇ ਵਿੱਚ ਆਪਣਾ ਲਿਆਂਦਾ ਹੋਇਆ ਜਿਹੜਾ ਪ੍ਰਸ਼ਾਦਾ ਛਕਿਆ ਉਹ ਵੀ ਥੱਲੇ ਬਹਿ ਕੇ ਛਕਿਆ, ਉਹਨਾਂ ਦਾ ਬਾਈਕਾਟ ਕੀਤਾ। ਫਿਰ ਉਸ ਤੋਂ ਬਾਅਦ ਦੂਸਰੀ ਸ਼ੁਰੂਆਤ ਹੋਈ ਕਿ ਉਹਨਾਂ ਨੂੰ ਲੱਗ ਗਿਆ ਪਤਾ ਕਿ ਇਹਨਾਂ ਨੇ ਹੁਣ ਜਿਹੜਾ ਹੈ ਫੈਸਲਾ ਜਿਹੜਾ ਹੈ ਉਹ ਇਨਪਿਨ ਕਰ ਲੈਣਾ। ਹੁਣ 8 ਤਰੀਕ ਦਾ ਬੰਦ ਹੈ। ਇੱਕ ਪ੍ਰੈਸ਼ਰ ਮਾਊਂਟ ਅਸੀਂ ਕਰ ਰਹੇ ਹਾਂ ਲਗਾਤਾਰ ਕਿ ਸ਼ਾਇਦ ਅਸੀਂ ਜਿਹੜਾ ਹੈ ਪ੍ਰੈਸ਼ਰ ਬਣਾ ਕੇ, ਪ੍ਰੈਸ਼ਰ ਬਣ ਵੀ ਗਿਆ ਹੈ ਪਰ ਉਹ ਪ੍ਰੈਸ਼ਰ ਕਿਸੇ ਹੋਰ ਬੰਨੇ ਲੈ ਕੇ ਜਾ ਰਹੇ ਨੇ। ਉਹਨਾਂ ਨੂੰ ਲੱਗਦਾ ਕਿ ਤਰਮੀਮ ਕਰਕੇ ਇੱਕ ਜਿੱਦਾਂ ਹੁੰਦਾ ਨਾ ਕਿ ਤੁਸੀਂ ਸੁਣਛਣਾ ਦੇ ਕੇ ਤਾਂ ਬੱਚੇ ਨੂੰ ਬਰਾ ਦਿਓ, ਉਹ ਵਾਲੀ ਗੱਲ ਕਰਨਾ ਚਾਹੁੰਦੇ ਆ। ਪਰ ਮੈਨੂੰ ਲੱਗਦਾ ਕਿ ਕਿਸਾਨ ਜਥੇਬੰਦੀਆਂ ਦੇ ਸਟੀਕ ਫੈਸਲੇ ਜਿਹੜੇ ਨੇ ਉਹ ਸਾਨੂੰ ਅੱਗੇ ਤੱਕ ਲੈ ਕੇ ਜਾਣਗੇ। ਤੋੜਨ ਦੀ ਕੋਸ਼ਿਸ਼ ਕਰ ਰਹੇ ਆ, ਇਹ ਵੀ ਕਿਸੇ ਤੋਂ ਲੁਕਿਆ ਨਹੀਂ ਹੋਇਆ। ਭਰਮਾਉਣ ਦੀ ਕੋਸ਼ਿਸ਼ ਕਰ ਰਹੇ ਆ, ਇਹ ਵੀ ਕਿਸੇ ਤੋਂ ਲੁਕਿਆ ਨਹੀਂ ਹੋਇਆ। ਹੁਣ 8 ਤਰੀਕ ਨੂੰ ਜਿਹੜਾ ਭਾਰਤ ਬੰਦ ਦਾ ਸੱਦਾ ਆ ਉਸ ਤੋਂ ਇਹ ਚੀਜ਼ ਸਾਫ਼ ਹੋ ਜਾਣੀ ਹੈ ਕਿ ਜਿਹੜਾ ਸਾਰਾ ਇਹ ਸਿੱਟਾ ਇਕੱਲੇ ਪੰਜਾਬ ਦੇ ਸਿਰ ਤੇ ਮੜ ਰਹੇ ਸੀ ਔਰ ਪੰਜਾਬੀ ਜਿਹੜੇ ਨੇ ਇਸ ਚੀਜ਼ ਨੂੰ ਅਣਖ ਨਾਲ ਲੈ ਰਹੇ ਨੇ ਕਿ ਅਸੀਂ ਮੋਹਰੇ ਹੋ ਕੇ ਤੁਰੇ ਹਾਂ, ਅਸੀਂ ਇਸ ਕਾਫਲੇ ਦੇ ਮੋਹਰੀਦਾਰ ਹੈਗੇ ਆ। ਪਰ ਪੂਰਾ ਭਾਰਤ ਰਲ ਚੁੱਕਿਆ। ਹਰਿਆਣਾ ਦੇ ਜਿਹੜੇ ਕਿਸਾਨ ਨੇ ਉਹ ਕਿਸੇ ਵੀ ਤਰੀਕੇ ਦੀ ਕਮੀ ਨਹੀਂ ਆਉਣ ਦੇ ਰਹੇ। ਕੰਬਲਾਂ ਦੇ ਲੰਗਰ ਲੱਗੇ ਹੋਏ, ਡੀਜ਼ਲ ਦੇ ਲੰਗਰ ਲੱਗ ਗਏ, ਟੁੱਥਬ੍ਰਸ਼ ਦੇ ਲੰਗਰ ਲੱਗ ਗਏ। ਉੱਥੇ ਜਿਹੜੇ ਸੱਜਣ ਨੇ ਉਹ ਆਪ ਦੱਸਦੇ ਨੇ ਕਿ ਸਾਨੂੰ ਸਵੇਰ ਨੂੰ ਟਰਾਲੀ ਸਬਜ਼ੀਆਂ ਦੀ ਆ ਜਾਂਦੀ ਕਿ ਜਿਹਨੂੰ ਜੋ ਚਾਹੀਦਾ ਰੋਜ਼ ਇੱਥੋਂ ਪੰਜਾਬ ਤੋਂ ਉੱਥੇ ਗੱਡੀਆਂ ਜਾ ਰਹੀਆਂ ਨੇ। ਇੰਨੇ ਹੌਸਲੇ ਦੇ ਨਾਲ ਉਹ ਤੁਰੇ ਹੋਏ ਨੇ ਔਰ ਇਹ ਅੰਦੋਲਨ ਜਦੋਂ ਪੂਰੇ ਭਾਰਤ ਦਾ ਬਣ ਚੁੱਕਿਆ ਹੈ, ਕਿਤੇ ਨਾ ਕਿਤੇ ਸਰਕਾਰ ਦੀਆਂ ਜਿਹੜੀਆਂ ਜੜ੍ਹਾਂ
ਹਿੱਲ ਗਈਆਂ ਨੇ, ਉਹ ਮੰਨਣ ਮੁਕਰਨ ਜਾਂ ਆਪਣੇ ਆਪ ਨੂੰ ਅਣਖ 'ਚ ਦਿਖਾਉਣੇ ਉਹਨਾਂ ਦੀ ਮਰਜ਼ੀ ਹੈ। ਘਬਰਾਈ ਸਰਕਾਰ ਵੀ ਹੋਈ ਹੈ, ਬਸ ਇਹ ਹੈ ਕਿ ਆਪਣੀ ਅਣਖ ਕਹਿ ਲਓ, ਆਪਣੀ ਜਿੱਦ ਕਰਕੇ ਉਹ ਹਲੇ ਤੱਕ ਇਹਨਾਂ ਕਾਨੂੰਨਾਂ ਦੇ ਉੱਤੇ ਕੋਈ ਫੈਸਲਾ ਲੈਣ ਨੂੰ ਤਿਆਰ ਨਹੀਂ ਹੋਈ। ਦੇਖੋ ਗੱਲ ਇਹ ਹੈ ਨਾ ਕਿ ਅਸੀਂ ਮੋਤਵਾਰ ਤੋਂ ਕੋਈ ਨਾ ਕੋਈ ਬਿਆਨ ਚਾਹੁੰਦੇ ਆ, ਬਿਆਨ ਜਿਹੜਾ ਉਹ ਹਲੇ ਤੱਕ ਨਰਿੰਦਰ ਮੋਦੀ ਸਾਹਿਬ ਹੁਣੇ ਦਿੰਦੇ ਨਹੀਂ। ਹੁਣ ਦੇਖੋ 10 ਤਰੀਕ ਨੂੰ ਹੀ ਸਾਡੀ ਮੀਟਿੰਗ ਆ, 10 ਤਰੀਕ ਨੂੰ ਉਹ ਇੱਕ ਹੋਰ ਵੱਡਾ ਕੰਮ ਕਰ ਰਹੇ ਨੇ। 10 ਤਰੀਕ ਨੂੰ ਜਿਹੜੀ ਉਹ ਨਵੀਂ ਬਿਲਡਿੰਗ ਬਣਨੀ ਆ ਪਾਰਲੀਮੈਂਟ ਦਾ, ਉਹਦਾ ਉਦਘਾਟਨ ਉਹਨਾਂ ਨੇ ਕਰਨਾ ਹੈ। 997 ਕਰੋੜ ਦੀ ਬਿਲਡਿੰਗ ਬਣਨੀ ਆ। ਤੁਸੀਂ ਦੇਖੋ ਕਿ ਕਿਤੇ ਨਾ ਕਿਤੇ ਦੇਖੋ ਆਪਣਾ ਸਕੇਡਿਊਲ ਜਿਹੜਾ ਹੈ, ਉਹਨਾਂ ਨੂੰ ਚਾਹੀਦਾ ਹੈ ਕਿ ਪਹਿਲਾ ਪ੍ਰਾਇੋਰਟੀ ਦੇ ਉੱਤੇ ਇਹ ਜਿਹੜੀ ਗੱਲ ਹੈ ਉਹ ਖਤਮ ਕਰ। ਹੁਣ ਦੇਖੋ ਇਹ ਜਿਹੜੀ ਆਪਾਂ ਕਹ ਲਈਏ ਸੰਖਿਆ, ਇਹ ਥੋੜੀ ਸੰਖਿਆ ਨਹੀਂ ਹੈ ਜਿਹੜੀ ਰੋਡਸ ਦੇ ਉੱਤੇ ਬੈਠੀ ਹੋਈ ਹੈ। ਔਰ ਜੇ ਤੁਸੀਂ ਲੋਕਤੰਤਰ ਦੇ ਵਿੱਚ ਪਰਵਾਹ ਨਹੀਂ ਕਰ ਰਹੇ ਨਾ, ਕਿਉਂਕਿ ਸ਼ੁਰੂ ਤੋਂ ਮੈਨੂੰ ਮੈਂ ਕਹਾਂ ਪਰਸਨਲੀ ਲੱਗ ਰਿਹਾ ਹੈ, ਇਹ ਗੱਲ ਸੀਗੀ ਪਹਿਲਾਂ ਤਾਂ ਟਿਚ ਕਰਕੇ ਨਹੀਂ ਜਾਣਦੇ ਸੀ ਕਿ ਆਏ ਆ ਚਲੇ ਗਏ ਆ। ਬਰਾੜੀ ਸਾਨੂੰ ਮੋੜਿਆ ਇਸ ਕਰਕੇ ਜਾ ਰਿਹਾ ਸੀ, ਨਿਰੰਕਾਰੀ ਭਵਨ 'ਚ ਇਸ ਕਰਕੇ ਮੋੜਿਆ ਜਾ ਰਿਹਾ ਸੀ ਕਿ ਸ਼ਾਇਦ ਅਸੀਂ ਉੱਥੇ ਸਾਈਡ ਤੇ ਬੈਠੇ ਰਹਾਂਗੇ, ਭਲਾ 2 ਸਾਲ ਬੈਠੇ ਰਹੀਏ, 3 ਸਾਲ ਬੈਠੇ ਰਹੀਏ, ਇਹਨਾਂ ਨੂੰ ਕੋਈ ਫਰਕ ਨਹੀਂ ਹੈਗਾ। ਹੁਣ ਤੁਸੀਂ ਦੇਖੋ ਇਨ ਬਿਨ ਸਾਰੇ ਪ੍ਰੋਗਰਾਮ ਹੁੰਦੇ ਆ। ਜਿਸ ਦਿਨ ਉਸ ਦਿਨ ਸਾਨੂੰ ਬੁਲਾਇਆ ਤੇ ਉੱਥੇ ਕਾਸ਼ੀ ਆਰਤੀ ਕਰਨ ਚਲੇ ਗਏ ਮਹਾਰਾਜ ਹੁਣੀ। ਹੁਣ ਜਦੋਂ ਦੂਸਰੀ ਮੀਟਿੰਗ, ਜਦੋਂ ਹੁਣ ਅਗਲੀ ਮੀਟਿੰਗ ਜਿਹੜੀ ਹੈ 10 ਤਰੀਕ ਨੂੰ, ਉਸ ਦਿਨ ਉਹਨਾਂ ਨੇ ਉਦਘਾਟਨ ਕਰਨਾ ਹੈ। ਦੇਖੋ ਜਤਿੰਦਰ, ਕੰਗਨਾ ਰਣੌਤ ਨੇ ਵੀ ਕਿੰਨਾ ਕੁਝ ਕਹਿ ਦਿੱਤਾ। ਕੰਗਨਾ ਦੇ ਹੱਕ 'ਚ ਨਰਿੰਦਰ ਮੋਦੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਦਿਖਾਈ ਦਿੱਤੇ ਗਏ। ਅਨੁਸ਼ਕਾ ਤੇ ਵਿਰਾਟ ਨੂੰ ਉਹਨਾਂ ਦੇ ਹੋਣ ਵਾਲੇ ਬੱਚੇ ਦੇ ਲਈ ਮੁਬਾਰਕਾਂ ਦਿੰਦਿਆਂ ਟਵੀਟ ਕੀਤਾ ਗਿਆ। ਇਹੋ ਜਿਹੀਆਂ ਚੀਜ਼ਾਂ ਤੇ ਟਵੀਟ ਕੀਤਾ ਜਾ ਰਿਹਾ ਹੈ ਤੇ ਸਾਡੇ ਪ੍ਰਧਾਨ ਮੰਤਰੀ ਜੋ ਕਿਸਾਨ ਨੇ ਸਾਡੇ, ਉਹਨਾਂ ਦੇ ਲਈ ਉਹਨਾਂ ਤੋਂ ਇੱਕ ਟਵੀਟ ਤੱਕ ਨਹੀਂ ਹੋ ਪਾਇਆ ਹਲੇ ਤੱਕ, ਇੱਕ ਬਿਆਨ ਨਹੀਂ ਹੋ ਪਾਇਆ। ਨਿੱਕੀ ਤੋਂ ਨਿੱਕੀ ਚੀਜ਼ ਜਿਹੜੀ ਹੈ ਉਹਨਾਂ ਦੇ ਲਈ ਉਹ ਟਵੀਟ ਕਰ ਦਿੰਦੇ ਨੇ, ਤੇ ਜਦੋਂ ਐਡਾ ਵੱਡਾ ਮੁੱਦਾ ਹੈ ਤੇ ਉਦੋਂ ਉਹਨਾਂ ਦਾ ਟਵੀਟਰ ਹੈਂਡਲ ਕੌਣ ਕਰਦਾ ਹੈ ਜਾਂ ਉਹ ਆਪ ਕਰਦੇ ਨੇ, ਉਹ ਸਭ ਕਿੱਥੇ? ਉਹ ਐਕਚੁਅਲੀ ਕਲੇਮ ਤੇ ਇਹੀ ਕਰਦੇ ਕਿ ਮੈਂ ਆਪਣੇ ਟਵੀਟ ਆਪ ਕਰਦਾ ਹਾਂ। ਫਿਰ ਹੁਣ ਗਿਣੇ ਚੁਣੇ ਟਵੀਟ ਕਰਨੇ ਜਿਹੜੇ ਪਸੰਦ ਹੋਏ ਨਾ। ਅੱਜ ਕੱਲ ਉਹ ਇੱਕ ਸ਼ੇਅਰ ਨਹੀਂ ਚੱਲਦਾ ਕਿ ਹਮਾਰਾ ਪਿਆਰ, ਮਤਲਬ ਉਹ ਜਿਹੜੀ ਸ਼ਾਇਰੀ ਹੈ ਉਹ ਵੀ ਇਦਾਂ ਦੀ ਹੋ ਗਈ ਹੈ कि हमारा प्यार इतना सा है कि जब हम ऑनलाइन होते हैं वो ऑफलाइन हो जाते हैं। तो मतलब हुण जेड़ा ये कह लो कि वार जेड़ी है वो ऑनलाइन भी चल रही है। इत्थों मैनू याद आया, आय हाय तुम्हारी ये डिजिटल नफरत, हमारे ऑनलाइन देखते ही तुम्हारा ऑफलाइन हो जाना। सो वो गल है ना कि तुसी डिजिटली एक वॉर डिजिटली भी चल रही है, ट्विटर ही हो रहे हैं ਅਸੀਂ, ਜੇ ਮੈਂ ਕਹਿ ਲਵਾਂ ਤੇ ਗਲਤ ਨਹੀਂ ਹੋਊਗਾ, ਹੈ ਨਾ। ਤਾਂ ਕਿਤੇ ਨਾ ਕਿਤੇ ਪੰਜਾਬੀ ਜਿਹੜੇ ਨੇ ਬਿਲਕੁਲ ਸੁਚੇਤ ਹੋ ਗਏ ਨੇ। ਉਹ ਪੰਜਾਬ ਜਾਂ ਉਹ ਕਿਸਾਨ ਜਿਹੜਾ ਕੱਲਾ ਹੜਾਂ ਤੱਕ ਸੀਮਤ ਸੀਗਾ, ਹੁਣ ਉਹ ਪੰਜਾਬ ਦੇ ਜਿਹੜੇ ਬੱਚੇ ਨੇ, ਪੰਜਾਬੀਆਂ ਦੇ ਬੱਚੇ ਨੇ, ਕਿਸਾਨਾਂ ਦੇ ਬੱਚੇ ਨੇ, ਉਹ ਬਹੁਤ ਅੱਗੇ ਤੱਕ ਆ ਚੁੱਕੇ ਨੇ, ਉਹ ਪੜ੍ਹ ਲਿਖ ਕੇ ਨੇ। ਅੱਗੇ ਇੱਕ ਬੀਬੀ ਦਾ ਵੀ ਤੁਸੀਂ ਦੇਖਿਆ ਹੋਣਾ ਹੈ ਕਿ ਉਹ ਬੀਬੀ ਖੁਦ ਟਰੈਕਟਰ ਚਲਾ ਰਹੇ ਨੇ ਔਰ ਟਰੈਕਟਰ ਦੇ ਉੱਤੇ ਦੂਸਰੀਆਂ ਬੀਬੀਆਂ ਨੂੰ ਬਿਠਾ ਕੇ ਲੈ ਕੇ ਆਇਆ, ਔਰ ਉਸ ਬੀਬੀ ਦੀ ਉਮਰ 74 ਸਾਲ ਹੈ। 74 ਸਾਲ ਦੀ ਉਮਰ ਦੇ ਵਿੱਚ ਟਰੈਕਟਰ ਚਲਾਉਣਾ, ਦਿੱਲੀ ਕੂਚ ਕਰਨਾ, ਦਿੱਲੀ ਪਹੁੰਚ ਕੇ ਸਰਕਾਰ ਦੇ ਖਿਲਾਫ ਖੜੇ ਹੋਣਾ, ਇਹ ਬੜੀ ਵੱਡੀ ਗੱਲ ਹੈ। ਔਰ ਕੰਗਨਾ ਰਣੌਤ ਉਹਨਾਂ ਨੂੰ 100 ਰੁਪਏ ਵਾਲੀਆਂ ਦੱਸਦੀ ਹੈ ਤੇ ਉਹ ਬੀਬੀ ਕਹਿੰਦੀ ਮੈਂ ਤੈਨੂੰ ਲੱਖ ਰੁਪਈਆ ਦਿੰਨੀ ਆ, ਤੂੰ ਮੇਰੇ ਨਾਲ ਆ ਕੇ ਬਹਿ ਤਾਂ ਸਹੀ ਧਰਨੇ ਤੇ। ਸਾਰੀਆਂ ਬੀਬੀਆਂ ਨੇ ਉਹਨੂੰ ਲਾਹਨਤਾਂ ਪਾਈਆਂ, ਇਹ 'ਚ ਕੋਈ ਸ਼ੱਕ ਨਹੀਂ। ਤੇ ਦੂਸਰੀ ਗੱਲ ਇਹ ਹੋ ਜਾਂਦੀ ਹੈ, ਜਦੋਂ ਹੁਣ ਸਾਰੇ ਰਲ ਗਏ ਹਨਾ, ਸਾਰਿਆਂ ਦੀ ਉਮੀਦ ਇਹੀ ਹੈ ਕਿ ਪ੍ਰਧਾਨ ਮੰਤਰੀ ਕਦੋਂ ਬੋਲੇ। ਉਦਾਂ ਤਾਂ ਸਾਡੇ ਪ੍ਰਧਾਨ ਮੰਤਰੀ ਨੂੰ ਇਸ ਚੀਜ਼ ਲਈ ਜਾਣਿਆ ਜਾਂਦਾ ਕਿ ਬੋਲਦੇ ਬਹੁਤ ਨੇ, ਇੰਨੀਆਂ ਮਨ ਕੀਆਂ ਬਾਤਾਂ ਕਰ ਦਿੱਤੀਆਂ। ਜਦੋਂ ਹੁਣ ਸੱਚੀ ਰੂਪ 'ਚ ਲੋਕ ਉਹਨਾਂ ਤੋਂ ਮਨ ਕੀ ਬਾਤ ਚਾਹੁੰਦੇ ਆ ਕਿ ਸਾਡੇ ਨਾਲ ਕਰਨ, ਉਦੋਂ ਦੇ ਮਨ ਕਾ ਚੁੱਪ ਹੋ ਗਿਆ। ਤੁਸੀਂ ਦੇਖੋ ਨਾ, ਜਦੋਂ ਗੱਲ ਹੁੰਦੀ ਆ ਨਾ ਕਿ ਤੁਸੀਂ ਆਪਣੀ ਮਰਜ਼ੀ ਨਾਲ ਕੁਝ ਕਰਦੇ ਰਹਿੰਦੇ ਹੋ, ਮੈਨੂੰ ਇਹ ਲੱਗਦਾ ਹੁੰਦਾ ਕਿ ਜਦੋਂ ਦਾ ਇਹਨਾਂ ਨੇ ਕਾਰਜਕਾਲ ਪਾ ਲਿਆ, ਇਹ ਬੜੇ ਸਕ੍ਰਿਪਟਡ ਚੱਲਦੇ ਨੇ। ਇਦਾਂ ਲੱਗਦਾ ਹੁੰਦਾ ਕਿ ਕੋਈ ਐਕਟਰ ਆ ਰਿਹਾ, ਉਹਨੂੰ ਤੁਸੀਂ ਲਿਖ ਕੇ ਦਿੱਤੀ ਹੋਈ ਸਪੀਚ ਤੇ ਉਹ ਬੋਲ ਰਿਹਾ, ਹਨਾ। ਕੋਈ ਇਦਾਂ ਦੀ ਗੱਲ ਨਹੀਂ ਹੈਗੀ। ਉਹ ਕਲੇਮ ਇਹ ਕਰਦੇ ਕਿ ਮੇਰੀ ਸਪੀਚਸ ਲਿਖੀਆਂ ਨਹੀਂ ਹੁੰਦੀਆਂ, ਪਰ ਸਾਨੂੰ ਪਤਾ ਹੈ ਕਿੱਥੋਂ ਤੱਕ ਨਹੀਂ ਲਿਖੀਆਂ ਹੁੰਦੀਆਂ। ਹੁਣ ਮੈਨੂੰ ਲੱਗਦਾ ਕਿ ਜਾਂ ਤਾਂ ਉਹਨਾਂ ਦਾ ਲਿਖਣ ਵਾਲਾ ਜਿਹੜਾ ਹੈ ਉਹ ਇਸ ਮੁੱਦੇ ਤੇ ਉਹਦੇ ਕੋਲ ਕਹਿੰਦਾ ਪੁਆਇੰਟ ਹੀ ਹੈ ਨਹੀਂਗਾ, ਉਹ ਕੋਈ ਸੱਚਾ ਹੋਣਾ, ਉਹ ਕਹਿੰਦਾ ਹੋਣਾ ਮੈਂ ਕੀ ਲਿਖਾਂ ਜੀ, ਤੁਹਾਡੇ ਫੇਵਰ 'ਚ ਕੁਝ ਨਹੀਂ ਹੈਗਾ, ਜਾਂ ਫਿਰ ਉਹ ਲੱਗਦਾ ਹੈ ਕਿ ਉਹ ਅਵੋਇਡ ਕਰ ਰਿਹਾ। ਹੁਣ ਅਵੋਇਡ ਤਾਂ ਕਰਨਾ ਬਣਦਾ ਹੈ ਉਹਨਾਂ ਦਾ, ਚਲੋ, ਕਿਉਂਕਿ ਅਸੀਂ ਉਹਨਾਂ ਦੇ ਮੋਢਿਆਂ ਤੱਕ ਚੜ੍ਹਾਏ ਆ। ਇੱਕ ਚੀਜ਼ ਹੋਰ ਹੈ ਜਤਿੰਦਰ ਕਿ ਹੱਲੇ ਤੱਕ ਸਾਡੇ ਜਿਹੜੇ ਕਿਸਾਨ ਨੇ ਨਾ, ਇਹ ਮੀਟਿੰਗਾਂ ਦੀਆਂ ਤਰੀਕਾਂ ਤਾਂ ਪਾ ਰਹੇ ਨੇ ਕਿ ਸ਼ਾਇਦ ਕਿਸਾਨ ਹਿੱਲ ਜਾਣ। ਕਿਸਾਨ ਹਿੱਲੇ ਨਹੀਂ, ਨਾ ਘਬਰਾਏ ਆ, ਨਾ ਡਰੇ ਆ। ਉਹ ਹੱਲੇ ਵੀ ਬੜੀ ਅਣਖ 'ਚ ਚੱਲ ਰਹੇ ਆ ਕਿ ਜੇ ਇਸ ਮੀਟਿੰਗ 'ਚ ਸਿੱਟਾ ਨਹੀਂ ਨਿਕਲਿਆ, ਅਗਲੀ 'ਚ ਨਿਕਲੇ ਨਾ ਨਿਕਲੇ, ਅਸੀਂ ਸਥਿਰ ਹਾਂ, ਅਸੀਂ ਖੜੇ ਹਾਂ। ਹੁਣ ਸਾਡੇ ਕਿਸਾਨਾਂ ਨੂੰ ਨਾ ਕੋਈ ਮੀਟਿੰਗ ਡਰਾ ਸਕਦੀ ਹੈ, ਨਾ ਹਰਾ ਸਕਦੀ ਹੈ, ਕਿਉਂਕਿ ਇੱਕ ਜਜ਼ਬਾ ਪੈਦਾ ਹੋ ਗਿਆ। ਉਹ ਕਹਿੰਦੇ ਇੰਨੇ ਲੰਗਰ ਨੇ ਸਾਡੇ ਕੋਲ, ਰੋਜ਼ ਸਾਡੀਆਂ ਗੱਡੀਆਂ ਆਉਂਦੀਆਂ ਨੇ, ਸਾਨੂੰ ਕਿਸੇ ਚੀਜ਼ ਦੀ ਕੋਈ ਘਬਰਾਹਟ ਨਹੀਂ, ਸਾਡਾ ਇੱਕੋ ਇੱਕ ਮਕਸਦ ਹੈ ਕਾਨੂੰਨ ਜਿਹੜੇ ਨੇ ਵਾਪਸ ਕਰਾਉਣੇ। ਦੇਖੋ ਗੱਲ ਇਹ ਹੁੰਦੀ ਆ ਨਾ ਕਿ ਤੁਸੀਂ ਪੰਜਾਬੀਆਂ ਦਾ ਤੇ ਹਮੇਸ਼ਾ ਤੋਂ ਇਤਿਹਾਸ ਰਿਹਾ ਆ। ਮੈਂ ਗੱਲ ਕਰਾਂ ਕਿ ਮੈਨੂੰ ਲੱਗਦਾ ਕਿ ਅਸੀਂ ਮੁੜ ਸੁਰਜੀਤ ਹੋ ਰਹੇ ਹਾਂ, ਅਸੀਂ ਮੁੜ ਉੱਥੇ ਖੜ ਰਹੇ ਹਾਂ ਜਿੱਥੋਂ ਸਾਡੀ ਤੁਰੇ ਸੀਗੇ। ਅਸੀਂ ਉਹਨਾਂ ਦੇ ਕਹਿ ਲਓ ਕਿ ਵਾਰਿਸ ਹਾਂ ਜਿਨ੍ਹਾਂ ਦੇ ਪੁੱਤਰਾਂ ਦੇ ਕਲੇਜੇ ਉਹਨਾਂ ਦੇ ਸਾਹਮਣੇ ਕੱਢੇ ਸੀ, ਉਹ ਤਾਂ ਆਮਨੇ ਡੋਲੇ ਸੀਗੇ, ਤੇ ਸਾਨੂੰ ਕੌਣ ਰੋਕ ਸਕਦਾ? ਇਹ ਕਿਤੇ ਨਾ ਕਿਤੇ ਜਦੋਂ ਦੇਖੋ ਜਿਸ ਦਿਨ ਪਹਿਲੇ ਦਿਨ ਇਹਨਾਂ ਨੇ ਅਥਰੂ ਗੈਸ ਛੱਡੇ ਨੇ, ਮਤਲਬ ਅਸੀਂ ਸਾਡਾ ਘਰੋਂ ਰੋਣਾ ਨਿਕਲ ਰਿਹਾ ਸੀ ਕਿ ਇਹ ਹੋ ਕੀ ਰਿਹਾ ਆ, ਕਿਉਂਕਿ ਸਾਡੇ ਭਾਈ ਭੈਣ ਅਸੀਂ ਕਿਸਾਨੀ ਤੋਂ ਸੰਬੰਧਿਤ ਰੱਖਦੇ ਹਾਂ, ਅਸੀਂ ਪੰਜਾਬ ਨਾਲ ਸੰਬੰਧਿਤ ਰੱਖਦੇ
ਕਰਦੇ ਆ ਨਾ, ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਅਸੀਂ ਤਾਂ ਉਹ ਲੋਕ ਆ ਜਿਹੜੇ ਹਿੱਕਾਂ ਦੇ ਉੱਤੇ ਗੋਲੀਆਂ ਸਹਿੰਦੇ ਨੇ। ਤੇ ਜਦੋਂ ਕਿਤੇ ਉਹ ਦੂਸਰੇ ਦਿਨ ਮੈਂ ਲੋਕਾਂ ਦੇ ਉੱਥੇ ਜਿਹੜੇ ਬੈਠੇ ਸੀ ਸਾਡੇ ਭਾਈਚਾਰੇ ਦੇ ਲੋਕ, ਉਹਨਾਂ ਦੇ ਨਾਲ ਗੱਲਬਾਤ ਹੋਣੀ ਸ਼ੁਰੂ ਹੋਈ, ਮੀਡੀਆ ਦੇ ਵਿੱਚ ਆਉਣਾ ਆਇਆ, ਉਹ ਕਹਿੰਦੇ ਜੀ ਅਸੀਂ ਇਹਨਾਂ ਨੂੰ ਕਹਿਣਾ ਜੇ ਗੋਲੀਆਂ ਮਾਰਨੀਆਂ ਤੇ ਸਾਡੀ ਹਿੱਕ ਦੇ ਮਾਰਨ, ਅਸੀਂ ਕਿਹੜਾ ਪਹਿਲੀ ਵਾਰੀ ਖਾਣੀਆਂ, ਅਸੀਂ ਤਾਂ ਉਹ ਆ ਜਿਹੜੇ ਹਿੱਕ ਤੇ ਗੋਲੀਆਂ ਖਾ ਕੇ ਵੀ ਹੱਸਦੇ ਹੱਸਦੇ ਕੁਰਬਾਨ ਹੋ ਜਾਂਦੇ ਨੇ। ਸੋ ਹੌਸਲੇ ਬੁਲੰਦ ਨੇ, ਅਸੀਂ ਲਗਾਤਾਰ ਜਿਹੜੇ ਨੇ ਉਹ ਦੇਖੋ ਅੱਗੇ ਹੁੰਦਾ ਸੀਗਾ ਕਿ ਤੁਸੀਂ ਕੋਈ ਵੀ ਜਿਹੜਾ ਸੰਘਰਸ਼ ਸੀਗਾ ਉਹ 1 2 3 ਦਿਨ 4 ਦਿਨ ਸ਼ਾਂਤਮਈ ਹੁੰਦਾ ਸੀਗਾ, 5ਵੇਂ 6ਵੇਂ ਗੇੜ ਦੇ ਵਿੱਚ ਆ ਕੇ ਉਹ ਥੋੜਾ ਅਗਰੈਸਿਵ ਹੋ ਜਾਂਦਾ ਸੀਗਾ। ਇਹਦੀ ਇੱਕ ਖੂਬਸੂਰਤੀ ਹੈ, ਦੇਖੋ ਕਿੰਨੇ ਦਿਨ ਹੋ ਗਏ, ਕਿੰਨੇ ਮਹੀਨੇ ਇਨਫੈਕਟ ਹੋ ਗਏ ਆ, ਹਜੇ ਤੱਕ ਇਹ ਸੰਘਰਸ਼ ਜਿਹੜਾ ਹੈ ਪੂਰੇ ਤਰੀਕੇ ਦੇ ਨਾਲ ਸ਼ਾਂਤਮਈ ਹੈ। ਔਰ 8 ਦਾ ਜਿਹੜਾ ਬੰਦਾ ਸੱਦਾ ਆ ਉਹ ਵੀ ਉਹਨਾਂ ਨੇ ਕਿਹਾ ਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਔਰ ਦਿਨੋ ਦਿਨ ਜੋਸ਼ ਵੱਧ ਰਿਹਾ ਹੈ। ਆਪਣੀ ਗੱਲਬਾਤ ਵੀ ਇਸੇ ਤਰੀਕੇ ਦੇ ਨਾਲ ਅੱਗੇ ਵਧੇਗੀ। ਫਿਲਹਾਲ ਪ੍ਰੋਗਰਾਮ ਅਖਬਾਰਨਾਮਾ 'ਚ ਵੇਲਾ ਇੱਕ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਟਰੱਕਾਂ ਵਾਲੇ ਭਰਾਵਾਂ ਲਈ ਖੁਸ਼ਖਬਰੀ। ਅਮਰੀਕਾ ਦੇ 48 ਸਟੇਟਸ ਵਿੱਚ ਚੱਲਣ ਲਈ IRP ਲਾਇਸੈਂਸ ਪਲੇਟ ਸੇਮ ਡੇ ਲੈਣ ਲਈ ਹਮੇਸ਼ਾ ਯਾਦ ਰੱਖੋ ਕੈਪੀਟਲ ਕਾਊਂਟਿੰਗ ਐਂਡ ਟੈਕਸ ਸਰਵਿਸਿਜ਼। ਹੁਣ ਇਸ ਤੋਂ ਇਲਾਵਾ ਇਹ ਟਰੱਕ ਵਾਲੇ ਭਰਾਵਾਂ ਨੂੰ ਫਿਊਲ ਟੈਕਸ ਰਿਟਰਨਸ, MC, ICC ਅਥਾਰਟੀ, US ਡਾਟ ਨੰਬਰ, UCR ਪਰਮਿਟਸ, BOC 3 ਫਾਈਲਿੰਗ, CA ਨੰਬਰ, MCP, EPN enrollment, BIT enrollment, NM permit, KYU number, New York HUT permit, Oregon permit, Oregon bonds, highway use tax, trailer plates, title transfer, tax exemption ਦੀਆਂ ਸੇਵਾਵਾਂ ਵੀ ਦਿੰਦੇ ਨੇ। ਇਸ ਦੇ ਨਾਲ ਹਰ ਤਰ੍ਹਾਂ ਦੀ ਟੈਕਸ ਸਰਵਿਸ ਤੇ ਪੇਰੋਲ ਸਰਵਿਸਿਜ਼ ਦੇ ਵੀ ਇਹ ਮਾਹਿਰ ਨੇ। ਅੱਜ ਹੀ ਕਾਲ ਕਰੋ ਕੁਲਦੀਪ ਸਿੰਘ ਕੰਗ ਨੂੰ 530 908 9386, 530 908 9386 ਜਾਂ ਫਿਰ ਸੇਵਾ ਸਿੰਘ ਭਿੰਡਰ ਨੂੰ 530 405 6020, 530 405 6020। ਇਹ ਵੁੱਡਲੈਂਡ ਤੇ ਯੂਬਾ ਸਿਟੀ ਤੋਂ ਤੁਹਾਨੂੰ ਸੇਵਾਵਾਂ ਦਿੰਦੇ ਨੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਪ੍ਰੋਗਰਾਮ ਅਖਬਾਰਨਾਮਾ ਚੱਲ ਰਿਹਾ ਹੈ ਐਂਡ ਵਰੁਣ ਜੀ ਗੱਲ ਪਤਾ ਇੱਥੋਂ ਤੱਕ ਨਹੀਂ ਖਤਮ ਹੈਗੀ। ਜੇ ਅਸੀਂ ਗੱਲ ਕਰੀਏ ਕਿ ਸਾਡੇ ਪੰਜਾਬ ਤੱਕ ਹੈ, ਭਾਰਤ ਤੱਕ ਹੈ ਗੱਲ ਖਤਮ, ਹੁਣ ਜਿਹੜੀਆਂ ਗੱਲਾਂ ਪੂਰੇ ਮੁਲਕ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਹੋ ਰਹੀਆਂ ਨੇ। ਮੈਂ ਗੱਲ ਕਰ ਰਿਹਾ ਬ੍ਰਿਟੇਨ ਦੇ 36 ਜਿਹੜੇ ਸਾਂਸਦ MPs ਨੇ, ਉਹਨਾਂ ਨੇ ਜਿਹੜਾ ਹੈ ਉੱਥੋਂ ਦੇ ਉਹਨਾਂ ਦੇ ਜਿਹੜੇ ਵਿਦੇਸ਼ ਮੰਤਰੀ ਆ ਜਿਨ੍ਹਾਂ ਦਾ ਨਾਮ ਹੈ ਡੋਮਿਨਿਕ ਰੌਬ, ਉਹਨਾਂ ਨੇ ਪੱਤਰ ਲਿਖਿਆ ਵੀ ਭਾਈ ਤੁਸੀਂ ਪੱਤਰ ਲਿਖ ਕੇ ਆਪਣੇ ਜਿਹੜੇ ਹਮਰੁਤਬਾ ਭਾਰਤੀ ਆ S ਜੈਸ਼ੰਕਰ, ਉਹਨਾਂ ਦੇ ਨਾਲ ਉਹਨਾਂ ਨੂੰ ਦੱਸੋ ਕਿ ਅਸੀਂ ਬੜੇ ਚਿੰਤਤ ਹਾਂ, ਤੁਹਾਨੂੰ ਜਿਹੜਾ ਤੁਸੀਂ ਕਰ ਰਹੇ ਹੋ ਇਹ ਚੰਗੀ ਗੱਲ ਨਹੀਂ ਹੈਗੀ। ਸੋ ਕਿਤੇ ਨਾ ਕਿਤੇ ਦੇਖੋ ਪੂਰੀ ਦੁਨੀਆ ਤੋਂ ਜਿਹੜਾ ਹੈ ਇਹਨਾਂ ਨੂੰ ਕਹਿ ਲਓ ਕਿ ਫਿੱਟੇ ਮੂੰਹ ਪੈ ਰਹੀ ਆ, ਪਰ ਫਿਰ ਵੀ ਹਜੇ ਤੱਕ ਜਿਹੜਾ ਹੈ ਮੰਨ ਨਹੀਂ ਰਹੇ ਕਿ ਟਰੂਡੋ ਨੇ ਵੀ ਹੱਕ 'ਚ ਬੋਲਿਆ ਹੈ ਪੰਜਾਬੀਆਂ ਦੇ, ਭਾਰਤੀਆਂ ਦੇ, ਤੇ ਉਸ ਦੇ ਖਿਲਾਫ ਵੀ ਸ਼ੁਰੂ ਹੋ ਗਏ ਨੇ। ਤੁਸੀਂ ਦੇਖਿਆ ਹੋਣਾ ਹੈ ਕਿ ਟਰੂਡੋ ਨੇ ਇਦਾਂ ਬੋਲਿਆ ਜਾਂ ਉਹਦੇ ਅਗੇਂਸਟ ਆ ਕੀਤਾ ਜਾਏਗਾ ਜਾਂ ਉਹ ਹੋਏਗਾ। ਜੇ ਬ੍ਰਿਟੇਨ ਦੇ ਲੋਕ ਵੀ ਸਾਡੇ ਹੱਕ 'ਚ ਬੋਲ ਰਹੇ ਆ, ਇਹ ਸਿਰਫ ਸਾਡੇ ਉਹੀ ਗੱਲ ਮੁੜ ਕੇ ਜਤਿੰਦਰ ਆ ਜਾਂਦੀ ਹੈ, ਸਾਰੀ ਦੁਨੀਆ ਬੋਲ ਰਹੀ ਹੈ ਸਿਵਾਏ ਸਾਡੇ ਪ੍ਰਧਾਨ ਮੰਤਰੀ ਤੋਂ। ਔਰ ਉਹ ਗਿਣੇ ਚੁਣੇ ਜਿੱਦਾਂ ਆਪਾਂ ਕਹਿ ਲਓ ਕਿ ਹੁੰਦੇ ਨਾ ਕਿ ਜਿਹੜੇ ਫੋਲੋਅਰ ਹੁੰਦੇ ਆ, ਉਹਨਾਂ ਤੋਂ ਇਲਾਵਾ ਸਾਰੀ ਦੁਨੀਆ ਨੂੰ ਪਤਾ ਲੱਗ ਰਿਹਾ ਕਿ ਕੀ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ। ਦੇਖੋ ਤੁਸੀਂ ਜੇ ਕਿਸੇ ਨੂੰ ਬੇਫਜ਼ੂਲੀ ਦੇ ਨਾਲ ਕਹੋ ਕਿ 2 ਰੋਟੀਆਂ ਖਾ ਲਾ, 2 ਰੋਟੀਆਂ ਲੈ ਲਾ, ਅਗਲੇ ਨੂੰ ਭੁੱਖ ਹੀ ਨਾ ਹੋਵੇ, ਤਾਂ ਤੁਸੀਂ ਕਿਉਂ ਦੇ ਰਹੇ ਹੋ? ਹੁਣ ਕਿਸਾਨ ਜਿਹੜੇ ਨੇ ਉਹ ਲਗਾਤਾਰ ਇਹ ਕਹਿ ਰਹੇ ਨੇ, ਜਥੇਬੰਦੀਆਂ ਇਹ ਕਹਿ ਰਹੀਆਂ ਨੇ ਕਿ ਸਾਨੂੰ ਇਹਦੀ ਲੋੜ ਨਹੀਂ, ਜੇ ਲੋੜ ਹੋਗੀ ਅਸੀਂ ਬਿਲਕੁਲ ਕਵਾਂਗੇ ਕਿ ਕਾਨੂੰਨ ਲੈ ਕੇ ਆਓ, ਫਿਲਹਾਲ ਸਾਨੂੰ ਲੋੜ ਨਹੀਂ। ਨਾਲੇ ਇਹਦਾ ਪ੍ਰਤੱਖ ਸਾਡੇ ਕੋਲੇ ਹੈਗਾ ਕਿ ਬਿਹਾਰ ਦੇ ਵਿੱਚ ਜਿਹੜੀ ਹੈ ਇਹ ਪਹਿਲਾਂ ਇਨੀਸ਼ੀਏਟ ਹੋ ਗਿਆ ਸੀਗਾ, ਉਹਨਾਂ ਦਾ ਦੇਖੋ ਕੀ ਹਾਲ ਹੈ। ਉਹ ਸਾਡੇ ਪੰਜਾਬ ਦੇ ਵਿੱਚ ਆ ਕੇ MSP ਨਹੀਂ ਮਿਲ ਰਿਹਾ, ਸਿਵਾਏ ਪੰਜਾਬ ਤੇ ਹਰਿਆਣਾ ਦੇ ਵਿੱਚ ਉਹ ਤੁਸੀਂ ਕਿਤੇ ਵੀ ਤਵੱਕੋ ਨਹੀਂ ਕਰ ਸਕਦੇ ਤੁਹਾਨੂੰ ਕਿਤੇ MSP ਮਿਲੇ। ਇਹ ਗੱਲ ਵੀ ਚੱਲੀ ਸੀਗੀ ਕਿ ਬਿਹਾਰ ਵਾਲੇ ਆ ਕੇ ਤਾਂ ਹੁਣ ਪੰਜਾਬੀਆਂ ਦੇ ਨਾਲ ਰਲ ਕੇ ਕੰਮ ਕਰ ਰਹੇ ਨੇ, ਕੱਲ ਜਦੋਂ ਪੰਜਾਬੀ ਵੀ ਵਿਹਲੇ ਹੋ ਗਏ ਫੇਰ ਕਿੱਥੇ ਜਾਣਗੇ। ਇਹ ਤਾਂ ਹਾਲਾਤ ਬਹੁਤ ਜ਼ਿਆਦਾ ਗੰਭੀਰ ਹੁੰਦੇ ਜਾ ਰਹੇ ਨੇ ਦਿਨੋ ਦਿਨ। ਔਰ ਸਭ ਤੋਂ ਮੇਨ ਗੱਲ ਇਹ ਉੱਠਦੀ ਹੈ ਕਿ ਜਦੋਂ ਹਨਾ ਇਹ ਮਤਲਬ ਬਾਹਰਲੇ ਦੇਸ਼ਾਂ ਤੱਕ ਆਵਾਜ਼ ਚਲੇ ਗਈ, ਸਾਡਾ ਪ੍ਰਧਾਨ ਮੰਤਰੀ ਬੋਲ ਨਹੀਂ ਰਿਹਾ, ਕਿਸਾਨ ਸੜਕਾਂ ਤੇ ਨੇ, ਇਸ ਤੋਂ ਮੰਦਭਾਗੀ ਚੀਜ਼ ਕਿਸੇ ਦੇਸ਼ ਲਈ ਨਹੀਂ ਹੋ ਸਕਦੀ। ਨਾਲੇ ਉਹ ਦੇਸ਼ ਜਿਹਨੂੰ ਲੋਕਤੰਤਰ ਦਾ ਰਾਜਾ ਕਿਹਾ ਜਾਂਦਾ ਹੈ, ਲੋਕਤੰਤਰ ਦਾ ਇੱਥੇ ਕਤਲ ਹੋ ਰਿਹਾ ਹੈ, ਸ਼ਰੇਆਮ ਹੋ ਰਿਹਾ ਹੈ। ਕਿਉਂਕਿ ਧਰਨੇ ਤੁਸੀਂ ਦੇ ਸਕਦੇ ਹੋ, ਧਰਨੇ ਦੇਣ ਦਾ ਤੁਹਾਨੂੰ ਹੱਕ ਹੈ, ਤੁਸੀਂ ਉਹਨਾਂ ਨੂੰ ਧਰਨੇ ਦੇਣ ਤੋਂ ਪਹਿਲਾਂ ਰੋਕਿਆ, ਬਾਅਦ 'ਚ ਉਹਨਾਂ ਨੂੰ ਮੀਟਿੰਗਾਂ ਦੇ ਲਾਰੇ, ਗੱਲਾਂ ਮੋਹੀ ਘੁੜ ਕੇ ਉਹੀ ਆਈ ਜਾਣੀਆਂ ਨੇ, ਹਨਾ, ਵਿਚਾਰ ਹੋਣੇ ਨੇ। ਵਿਚਾਰ ਸਭ ਤੋਂ ਜ਼ਰੂਰੀ ਇਹ ਹੈ ਕਿ ਜੇ ਉਹਦਾ ਹੱਲ ਕੱਢ ਦੇਣ ਤੇ ਸਾਡੇ ਅੰਦਰ ਸ਼ਕਤੀ ਖਤਮ ਨਹੀਂ ਹੋਣੀ। ਪੰਜਾਬੀਆਂ 'ਚ ਇਹ ਵੀ ਤੁਸੀਂ ਗੱਲ ਕਰ ਦਿੱਤੀ ਹੈ, ਕਿਉਂਕਿ ਇੱਕ ਪੰਜਾਬੀ ਇਸ ਵਕਤ ਬਹੁਤ ਛਾਇਆ ਹੋਇਆ, ਤੁਹਾਨੂੰ ਵੀ ਪਤਾ, ਮੈਂ ਗੱਲ ਕਰ ਰਹੀ ਹਾਂ ਦਲਜੀਤ ਦੋਸਾਂਝ ਦੀ। ਵਾਕਈ ਦੇਖੋ ਮੈਂ ਤੇ ਕਹਿੰਦਾ ਮੁੰਡੇ ਨੇ ਸਵਾਦ ਲਿਆਤਾ ਕੰਗਣਾ ਰਣੌਤ ਦੇ ਨਾਲ, ਐਸੀ ਬਹਿਸ। ਵੈਸੇ ਚਲੋ ਉਹ ਬੜੇ ਸਾਰੇ ਮੀਮਸ ਬਣ ਗਿਆ ਕਿ ਦਲਜੀਤ ਮੈਸੇਜ ਕਰ ਰਿਹਾ ਤੇ ਕੰਗਣਾ ਕਹਿੰਦੇ ਆ ਉਹ ਫਿਰ ਇਹਨੇ ਮੈਸੇਜ ਕਰਤਾ ਹੁਣ ਟਰਾਂਸਲੇਟਰ ਚਾਹੀਦਾ। ਸੋ ਕਿਤੇ ਨਾ ਕਿਤੇ
ਕਿਤੇ ਉਹ ਮੁੰਡੇ ਨੇ ਬਹੁਤ ਸੋਹਣਾ ਕੰਮ ਕੀਤਾ। ਦੇਖੋ ਜਦੋਂ ਤੁਸੀਂ ਨਾ ਇੱਕ ਸਟੈਬਲਿਸ਼ ਕਰੀਅਰ ਦੇ ਉੱਤੇ ਹੁੰਦੇ ਆ, ਸਪੈਸ਼ਲੀ ਤੁਸੀਂ, ਕਿਉਂਕਿ ਹੁਣ ਦੇਖੋ ਬਾਲੀਵੁੱਡ ਦੇ ਵਿੱਚੋਂ ਅੱਜ ਗਿੱਪੀ ਗਰੇਵਾਲ ਨੇ ਇੱਕ ਬਿਆਨ ਦਿੱਤਾ ਕਿ ਮੈਨੂੰ ਬਹੁਤ ਮੇਰਾ ਦਿਲ ਟੁੱਟਿਆ ਕਿ ਅਜੇ ਤੱਕ ਜਿਹੜੇ ਪੰਜਾਬੀ ਨੇ, ਅੱਧੇ ਪੰਜਾਬੀ ਨੇ ਆਪਾਂ ਕਹਿ ਲਈਏ है ना, कि किसी का बयान हजे तक नहीं आया, किते ना किते तुसीं मूक होकर बैठे हो, तुहाडे जिहड़े ज़मीर ने वो मर चुके ने, एहसास लोकी नहीं रह गए तुसीं, या तो कह रहे हो तुसीं आपदे फायदिਆਂ ਦੇ ਲਈ ਜਿਹੜਾ ਨੇ ਉਹ ਕੰਮ ਨਹੀਂ ਕਰ ਰਹੇ। सो दलजीत ਜਿਹੜਾ ਹੈ ਆਪਾਂ ਕਹਿ ਲਈਏ ਕਿ ਉਹਨੇ ਆਪਣਾ ਕਰੀਅਰ ਜਿਹੜਾ ਹੈ ਉਹ ਦਾਅ ਤੇ ਲਾ ਕੇ ਗੱਲ ਕਰ ਰਿਹਾ। ਦਾਅ ਤੇ ਲਾਉਣ ਵਾਲੀ ਗੱਲ ਹੁੰਦੀ ਆ, ਤੁਸੀਂ ਨਵੇਂ ਸਟੈਬਲਿਸ਼ ਹੋਏ ਹੋ, ਤੁਸੀਂ ਉਹਨਾਂ ਨਾਲ ਪੰਗੇ ਲੈ ਰਹੇ ਹੋ ਜਿਨ੍ਹਾਂ ਨੇ ਅਲਟੀਮੇਟਲੀ ਉਹ ਚੀਜ਼ਾਂ ਨੂੰ ਚਲਾਉਣਾ ਹੈ ਨਾ। ਤੇ ਤੁਸੀਂ ਦੇਖੋ ਪੈਸੇ ਤਾਂ ਚਲੋ ਇਹ ਕੋਈ ਵੀ ਪੰਜਾਬੀ ਹੈ, ਚਾਹੇ ਤੁਸੀਂ ਐਮੀ ਵਰਕ ਦੀ ਗੱਲ ਕਰ ਲਓ, ਬਹੁਤ ਸਾਰੇ ਪੰਜਾਬੀ ਜਿਹੜੇ ਕਲਾਕਾਰ ਨੇ ਉਹ ਲਗਾਤਾਰ, ਮੈਨੂੰ ਲੱਗਦਾ ਕੋਈ ਵੀ ਪੰਜਾਬੀ ਕਲਾਕਾਰ ਜਿਹੜਾ ਹੈ ਉਹ ਰਿਹਾ ਹੀ ਨਹੀਂ ਹੈਗਾ, ਸਿਵਾਏ ਗਿਣੇ ਚੁਣੇ ਜਿਹੜੇ ਜਾਂ ਤਾਂ ਫਿਰ ਸਰਕਾਰ ਦੇ ਬਹੁਤ ਹਮਾਇਤੀ ਨੇ, ਜਾਂ ਤਾਂ ਫਿਰ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈਗੀ ਕਿ ਕੀ ਹੋਣ ਡਿਆ ਕੀ ਹੋ ਰਿਹਾ ਨਾ। ਤਾਂ ਗੱਲ ਕਿਤੇ ਨਾ ਕਿਤੇ ਇਹੀ ਹੈ, ਕੱਲ ਦਲਜੀਤ ਨੇ ਜਿਹੜਾ ਆ ਕੇ ਬੋਲਿਆ ਵੀ ਆ, ਦਿਲ ਲੁੱਟ ਲਿਆ, ਜ਼ਿਆਦਾ ਬੋਲਿਆ ਵੀ ਨਹੀਂ, ਆਪਣੀ ਜਿਹੜੀ ਲਾਈਮਲਾਈਟ ਹੈ ਉਹ ਵੀ ਨਹੀਂ ਲਈ। ਐਂਡ ਦੇਖੋ ਗੱਲ ਇਹ ਆ ਕਿ ਪੰਜਾਬੀ ਇੱਦਾਂ ਦੇ ਨੇ, ਜੇ ਕਿਸੇ ਦੀ ਮਾਂ ਭੈਣ ਨੂੰ ਕੋਈ ਕੁਛ ਕਹਿ ਜਾਵੇ ਅਸੀਂ ਤਾਂ ਖੜੇ ਹੋ ਜਾਂਦੇ ਹਾਂ। ਇਹ ਤਾਂ ਫਿਰ ਸਾਡੀਆਂ ਤੇ ਆਪਦਿਆਂ ਤੇ ਗੱਲ ਆ ਰਹੀ ਹੈ ਨਾ ਕਿ 100 ਰੁਪਏ ਲੈ ਰਹੀ ਹੈ। ਕੰਗਨਾ ਜਿਹੜੀ ਹੈ ਮੈਨੂੰ ਲੱਗਦਾ ਕਿ ਉਹਦਾ ਹਾਲ ਇਹ ਹੈ ਕਿ ਕਿਸੇ ਦੇ ਫਟੇ 'ਚ ਆਪਣਾ ਹੱਥ ਪਾਈ ਰੱਖਣਾ। 1 ਕਰੋੜ 20 ਲੱਖ ਰੁਪਏ ਦੀ ਰਾਸ਼ੀ ਦਲਜੀਤ ਦੋਸਾਂਝ ਹੁਣੀ ਕਿਸਾਨਾਂ ਨੂੰ ਦੇ ਕੇ ਜਾਂਦੇ ਨੇ। ਕੰਗਨਾ ਦੀ ਉਹ ਰੀਲ ਬਣਾਉਂਦੇ ਨੇ ਔਰ ਬੜੀ ਸਾਦਗੀ ਦੇ ਨਾਲ ਆਉਂਦੇ ਨੇ, ਕੋਈ ਸ਼ੋਸ਼ੇਬਾਜ਼ੀ ਨਹੀਂ ਕੀਤੀ। ਦਲਜੀਤ ਦੋਸਾਂਝ ਨੇ ਆ ਕੇ ਉੱਥੇ ਆਰਾਮ ਨਾਲ ਥੱਲੇ ਬੈਠੇ ਆਪਣਾ ਜਿਹੜਾ ਭਾਸ਼ਣ ਦਿੱਤਾ। ਔਰ ਸਭ ਤੋਂ ਮੇਨ ਚੀਜ਼ ਤੁਸੀਂ ਟਰਾਂਸਲੇਸ਼ਨ ਦੀ ਗੱਲ ਕੀਤੀ ਹੈ, ਮੈਮੇਜ਼ ਬਣ ਰਹੇ ਨੇ। ਦਲਜੀਤ ਦੋਸਾਂਝ ਦੇ ਟਵਿੱਟਰ ਦੀ ਟਰਾਂਸਲੇਸ਼ਨ ਬਹੁਤ ਹੀ ਉੱਗੇ ਨਾਮਵਰ ਜਿਹੜੇ ਚੈਨਲ ਨੇ, ਇੰਡੀਆ ਦੇ ਨੈਸ਼ਨਲ ਚੈਨਲਸ ਨੇ, ਉਹਨਾਂ ਨੂੰ ਕਰ ਕਰਕੇ ਦਿਖਾਉਣੀ ਪੈ ਰਹੀ ਹੈ। ਔਰ ਦਲਜੀਤ ਦੋਸਾਂਝ ਨੂੰ ਕੰਗਨਾ ਰਣੌਤ ਕਹਿੰਦੀ ਹੈ ਕਿ ਤੂੰ ਕਰਨ ਜੌਹਰ ਦਾ ਪਾਲਤੂ ਕੁੱਤਾ ਆ, ਤੇ ਮੋਰਿਓ ਕੰਗਨਾ ਰਣੌਤ ਦਾ ਜਵਾਬ ਆਉਂਦਾ ਹੈ, ਮਤਲਬ ਦਲਜੀਤ ਦੋਸਾਂਝ ਦਾ ਜਵਾਬ ਆਉਂਦਾ ਹੈ ਕੰਗਨਾ ਰਣੌਤ ਨੂੰ ਕਿ ਅੱਜ ਤੱਕ ਤੂੰ ਜਿੰਨਿਆਂ ਨਾਲ ਕੰਮ ਕੀਤਾ ਫਿਰ ਤੂੰ ਉਹਨਾਂ ਦੀ ਹੈ ਪਾਲਤੂ। ਮਤਲਬ ਇਸ ਹੱਦ ਤੱਕ ਕੰਗਨਾ ਗਿਰ ਰਹੀ ਹੈ। ਮੈਨੂੰ ਲੱਗਦਾ ਹੈ ਕਿ ਕੰਗਨਾ ਨੂੰ ਜਾਂ ਤਾਂ ਦਵਾਈ ਦੀ ਕੋਈ ਲੋੜ ਹੈ ਜਾਂ ਕਿਸੇ ਇਲਾਜ ਦੀ ਲੋੜ ਹੈ। ਮਸਲਾ ਹੁੰਦਾ ਵੀ ਨਹੀਂ, ਉਹਨੇ ਵਿੱਚ ਆਉਣਾ ਹੀ ਆਉਣਾ। ਦੇਖੋ ਤੁਸੀਂ ਜੈਨੀ ਅਮੀਰਾ ਇਹਦੇ ਵਿੱਚ ਨਾ ਦੋ ਗੱਲਾਂ ਹੁੰਦੀਆਂ ਜੀ। ਜਾਂ ਤਾਂ ਤੁਹਾਨੂੰ ਕਿਸੇ ਤੋਂ ਸਪੋਰਟ ਹੋਵੇ, ਤੁਸੀਂ ਬਿਨਾਂ ਸਪੋਰਟ ਤੋਂ ਨਹੀਂ ਬੋਲਦੇ। ਹੁਣ ਆਪਣੇ ਮਹੱਲੇ ਦੇ ਵਿੱਚ ਕੋਈ ਉਹੀ ਲੜਦਾ ਹੁੰਦਾ ਜਿਹਨੂੰ ਪਤਾ ਮੇਰੇ ਬੈਕ ਸਟਰੋਂਗ ਆ, ਜੇ ਐਵੇਂ ਨਜਾਇਜ਼ ਉਹ ਪੰਗੇ ਲੈਂਦਾ ਰਹਿੰਦਾ ਹਰੇਕ ਦੇ ਨਾਲ ਨਾ, ਵੀ ਇਹ ਹੁਣ ਜਾਂ ਤਾਂ ਇਹ ਤੁਹਾਡੀ ਹੈ ਕਿ ਤੁਹਾਡੀ ਬੈਕ ਸਟਰੋਂਗ ਆ, ਤੁਹਾਨੂੰ ਲੱਗਦਾ ਕਿ ਮੈਨੂੰ ਕੋਈ ਬਚਾਉਣ ਆ ਜਾਊਗਾ, ਜਾਂ ਤਾਂ ਫਿਰ ਤੁਸੀਂ ਦਿਮਾਗੀ ਤੌਰ ਤੇ ਪਾਗਲ ਹੁੰਦੇ ਆ। ਔਰ ਮੈਨੂੰ ਲੱਗਦਾ ਕੰਗਣਾ ਦੇ ਵਿੱਚ ਦੋਨੇ ਚੀਜ਼ਾਂ ਹੀ ਕਿ ਉਹਨੂੰ ਪਿੱਛੋਂ ਵੀ ਥੋੜੀ ਸਟਰੋਂਗ ਆ ਤੇ ਉਹਦਾ ਦਿਮਾਗ ਵੀ ਥੋੜਾ ਠੀਕ ਨੇ। ਐਮੀ ਵਿਰਕ ਨੇ ਵੀ ਕਿਹਾ ਉਹਦੇ ਬਾਰੇ, ਔਰ ਰਣਜੀਤ ਬਾਵਾ ਨੇ ਕਿੰਨਾ ਸੋਹਣਾ ਬਿਆਨ ਦਿੱਤਾ ਕਿ ਮੈਨੂੰ ਸ਼ਾਇਦ ਬਲੌਕ ਕਰ ਦਿੱਤਾ। ਪਰ ਇੱਕ ਗੱਲ ਹੈ, ਜਦੋਂ ਦੇ ਦਲਜੀਤ ਦੋਸਾਂਝ ਨੇ ਟਵੀਟ ਕੀਤੇ ਨੇ, ਕੰਗਨਾ ਰਣੌਤ ਨੂੰ ਇੱਕ ਵਾਰੀ ਤਾਂ ਪਤਾ ਲੱਗ ਗਿਆ ਹੋਣਾ ਹੈ ਕਿ ਉਹ ਕੀ ਕਰ ਰਹੀ ਹੈ। ਔਰ ਦਲਜੀਤ ਦੋਸਾਂਝ ਦਾ ਬੜਾ ਸੋਹਣਾ ਇੱਕ ਟਵੀਟ ਸੀਗਾ, ਮੈਨੂੰ ਯਾਦ ਆ ਰਿਹਾ ਕਿ ਅਸੀਂ ਪੰਜਾਬੀ ਹੁੰਨੇ ਆ ਕਿ ਹੈ ਨਾ, ਅਸੀਂ ਬਾਲੀਵੁੱਡ ਵਾਲੇ ਨਹੀਂ ਹੈਗੇ ਜਿਹੜੇ ਭੱਜ ਜਾਾਂਗੇ ਤੇਰੇ ਤੋਂ ਡਰ ਜਾਾਂਗੇ। ਔਰ ਉਸ ਬੰਦੇ ਨੂੰ ਕੋਈ ਪਰਵਾਹ ਨਹੀਂ ਹੈ ਕਿ ਕੱਲ ਨੂੰ ਉਹਦੇ ਕਰੀਅਰ ਨਾਲ ਕੀ ਹੋਣਾ ਹੈ ਕੀ ਨਹੀਂ ਹੋਣਾ। ਸਭ ਤੋਂ ਸਾਫ਼ ਸਪਸ਼ਟ ਤੇ ਸਿੱਧੀਆਂ ਗੱਲਾਂ ਕਰ ਰਿਹਾ। ਔਰ ਮੈਂ ਕਹਿੰਦੀ ਉਹਨੂੰ ਸਲੂਟ ਹੈ, ਉਹਨੇ ਉਹ ਆਵਾਜ਼ ਸਾਰੇ ਪੰਜਾਬੀਆਂ ਦੀ ਪਹੁੰਚਾ ਦਿੱਤੀ ਵੀ ਕੰਗਨਾ ਰਣੌਤ ਤੱਕ, ਜਿਹੜੇ ਉਸਨੂੰ ਅਸੀਂ ਉਹ ਗੱਲਾਂ ਕਹਿਣੀਆਂ ਚਾਹੁੰਦੇ ਸੀ। ਅਸੀਂ ਉਹਦੇ ਥੱਲੇ ਨੀਚੇ ਕਮੈਂਟ ਕਰਦੇ ਸੀ, ਉਹਦੇ ਫੇਸਬੁੱਕ ਦੇ ਨੀਚੇ ਕਮੈਂਟ ਕਰਦੇ ਸੀ, ਕੀ ਪਤਾ ਉਹ ਪੜ੍ਹਦੀ ਹੈ ਕਿ ਨਹੀਂ ਪੜ੍ਹਦੀ ਹੈ। ਉਹਦਾ ਹੈਂਡਲਰ ਸੀਗਾ। ਚਲੋ ਹੁਣ ਤੇ ਇਹ ਹੈ ਕਿ ਹੁਣ ਜਿਹੜੀ ਖਬਰ ਹੈ, ਕਿਉਂਕਿ ਦੇਖੋ ਤੁਹਾਡੇ ਬਰਾਬਰੀ ਦਾ ਜਦੋਂ ਤੁਸੀਂ ਆ ਕੇ ਲੜਦੇ ਹੋ ਨਾ, ਫਿਰ ਤੇ ਖਬਰ ਚੱਲੇਗੀ। ਸੋ ਇਸ ਲਈ ਮੈਂ ਕਹਿ ਰਿਹਾ ਸੀ ਦਲਜੀਤ ਨੂੰ ਤਾਂ ਚਲੋ ਬਿਲਕੁਲ ਪੰਜਾਬੀ ਪੂਰੇ ਸਰਾਹ ਰਹੇ ਨੇ ਕਿ ਉਹਨਾਂ ਨੇ ਵਧੀਆ ਕੰਮ ਕੀਤਾ ਔਰ ਕੱਲ ਆਏ ਵੀ ਨੇ। ਔਰ ਇਸ ਤੋਂ ਇਲਾਵਾ ਸਤਿੰਦਰ ਸਰਤਾਜ ਕਮਾਲ ਦਾ ਸ਼ਾਇਰ ਹੈ ਔਰ ਕਮਾਲ ਜਿਹੜੀਆਂ ਲਾਈਨਾਂ ਉਹ 17 ਬੋਲ ਕੇ ਗਿਆ। ਕਿਉਂਕਿ ਜਦੋਂ ਤੁਸੀਂ ਉੱਥੇ ਬੈਠੇ ਹੁੰਦੇ ਆ ਨਾ ਤੇ ਤੁਹਾਨੂੰ ਲੱਗਦਾ ਕਿ ਇੱਕ ਜਿਹੜਾ ਛੋਟੀ ਜੀ ਇਦਾਂ ਦੀ 17 ਜਾਂ ਢਾਡੀ ਵਾਰਾਂ ਨੇ ਨਾ, ਤੁਹਾਡਾ ਇੰਜੈਕਸ਼ਨ ਦਾ ਕੰਮ ਕਰਦੀਆਂ, ਤੁਹਾਡਾ ਬੂਸਟ ਹੋ ਜਾਂਦਾ ਕਿ ਤੁਸੀਂ ਹੁਣ ਇੱਥੇ ਡਟੇ ਹੋਏ ਆ, ਆਪਦੇ ਲਈ ਡਟੇ ਹੋਏ ਆ। ਕਿਉਂਕਿ ਪਰ ਜੋ ਮਰਜ਼ੀ ਕਹਿ ਲਈਏ ਸੌਖਾ ਨਹੀਂ ਹੈ, ਹੈ ਨਾ। ਅਸੀਂ ਆਪਣੇ ਘਰਾਂ ਤੋਂ ਨਿਕਲ ਕੇ ਰੋਡ ਦੇ ਉੱਤੇ ਰਹਿਣਾ ਜੋ ਜਿੱਦਾਂ ਮਰਜ਼ੀ ਹੈ ਕਿ ਚਲੋ ਅਸੀਂ ਮੁਸ਼ਕਿਲਾਂ ਚੱਲ ਰਹੇ ਹਾਂ, ਪਰ ਇਹ ਸਾਰਾ ਕੁਝ ਸੌਖਾ ਨਹੀਂ ਹੈ। ਅਸੀਂ ਬਾਰ-ਬਾਰ ਉਹੀ ਗੱਲਾਂ ਦੁਹਰਾ ਰਹੇ ਹਾਂ ਕਿ ਸਾਡੇ ਜੋਸ਼ ਬੁਲੰਦ ਨੇ, ਅਸੀਂ ਆਹ ਕਰ ਰਹੇ ਹਾਂ, ਅਸੀਂ ਜੋ ਕਰ ਰਹੇ ਹਾਂ, ਪਰ ਜੇ ਅਸੀਂ ਇੱਕ ਲਾਈਨ 'ਚ ਕਹਿਣਾ ਹੋਵੇ ਸੌਖਾ ਬਿਲਕੁਲ ਨਹੀਂ ਹੈ, ਬਿਲਕੁਲ ਨਹੀਂ ਹੈ। ਪਰ ਇਹ ਚੀਜ਼ ਜਿਹੜੀ ਹੈ ਲਗਾਤਾਰ ਸਾਨੂੰ ਜਿਹੜਾ ਹੈ ਜੋੜ ਕੇ ਰੱਖਿਆ ਹੋਇਆ ਜੀ। ਹਰਭਜਨ ਮਾਨ ਸਾਹਿਬ ਹੁਣਾਂ ਨੇ ਕਿੰਨਾ ਸੋਹਣਾ ਗੀਤ ਕੱਢਿਆ ਕਿਸਾਨਾਂ ਤੇ, ਉਹ ਕਿੰਨੇ ਦਿਨਾਂ ਦੇ ਉਹਨਾਂ ਦੇ ਨਾਲ ਰਲੇ ਹੋਏ ਨੇ, ਗੱਲਬਾਤ ਚੱਲ ਰਹੀ ਹੈ। ਦੇਖੋ ਜਿਹੜੀ ਕਲਮ ਆ ਉਹਨੇ ਆਪਣੀ ਤਾਕਤ ਦਿਖਾਉਣੀ ਹੈ, ਔਰ ਕਲਾਕਾਰ ਜਿਹੜੇ ਨੇ ਸਮਾਜ ਦਾ ਉਹ ਹਿੱਸਾ ਹੁੰਦੇ ਨੇ ਜੋ ਸਿੱਧੇ ਤੌਰ ਤੇ ਅਸਰ ਕਰਦੇ ਨੇ ਸਮਾਜ ਦੇ ਉੱਪਰ। ਤੇ ਹਰਭਜਨ ਮਾਨ ਹੁਣਾਂ ਨੇ ਵੀ ਬੜੇ
ਮਤਲਬ ਇਹਨਾਂ ਦਿਨਾਂ ਦੇ ਵਿੱਚ ਪੰਜਾਬੀਅਤ ਦਾ, ਪੰਜਾਬ ਦਾ ਸਾਥ ਦਿੱਤਾ ਹੈ। ਜੇ ਤੁਸੀਂ ਵਿਦੇਸ਼ 'ਚ ਹੋ, ਉਹਨਾਂ ਸਿੰਗਰਸ ਦੀ ਗੱਲ ਕਰ ਰਹੀ ਹਾਂ, ਤੁਸੀਂ ਨਹੀਂ ਪਹੁੰਚ ਪਾ ਰਹੇ, ਘੱਟੋ ਘੱਟ ਉਹਨਾਂ ਦੇ ਹੱਕ 'ਚ ਇੱਕ ਟਵੀਟ ਹੀ ਕਰ ਦਿਓ, ਉਹਨਾਂ ਦੇ ਹੱਕ 'ਚ ਕੁਝ ਬੋਲ ਹੀ ਦਿਓ। ਸਲੂਟ ਕਰਦੇ ਉਹਨਾਂ ਸਾਰਿਆਂ ਨੂੰ ਜਿਹੜੇ ਪਹੁੰਚ ਰਹੇ ਨੇ ਤੇ ਕਿਸਾਨਾਂ ਦਾ ਹੌਸਲਾ ਵਧਾ ਰਹੇ ਨੇ। ਅੱਛਾ, ਇੱਥੇ ਤੁਸੀਂ ਚਲੋ ਕੀਤਾ ਕਿ ਹੌਸਲਾ ਵਧਾ ਰਹੇ ਨੇ ਔਰ ਕਿਸਾਨਾਂ ਦਾ ਅੱਗੇ ਆ ਰਹੇ ਨੇ ਜਿਹੜੇ ਗਾਇਕਾ ਕਲਾਕਾਰ ਨੇ। ਤੁਸੀਂ ਮੈਨੂੰ ਫਿਰ ਯਾਦ ਆ ਗਿਆ ਕਿ ਹਰਸਿਮਰਤ ਕੌਰ ਬਾਦਲ ਜਿਹੜੇ ਨੇ ਉਹ ਪਿੱਛੇ ਹੀ ਰਹਿ ਗਏ ਨੇ। ਉਹ ਕੱਲ ਖਬਰ ਆਈ ਉੜਦੀ ਕਹਿੰਦੇ ਜੀ ਉਹ ਤਾਂ ਬਿਮਾਰ ਹੋ ਗਈ ਭੈਣ ਜੀ, ਉਹਨੂੰ ਸਾਹ ਲੈਣ 'ਚ ਔਖਾ ਹੋਣਾ ਹੋ ਗਿਆ। ਵੀ ਸਾਥ ਚਲੋ ਹੁਣ ਪੰਜਾਬੀ ਜਿੱਥੇ ਬੈਠੇ ਹੋਏ ਨੇ, ਸਾਥ ਸਭ ਦੇ ਔਖੇ ਨੇ, ਜਿਹੜੇ ਸਰਕਾਰੀ ਦਰਬਾਰੇ ਜੁੜੇ ਸੀ, ਜਿਹਨਾਂ ਦੀਆਂ ਜੁੜੀਆਂ ਹੋਈਆਂ ਸੀ, ਸਾਥ ਉਹਨਾਂ ਸਾਰਿਆਂ ਦੇ ਔਖੇ ਹੋ ਗਏ। ਉਹ ਇੱਕ ਮੈਨੂੰ ਲੱਗਦਾ ਕਿਤੇ ਨਾ ਕਿਤੇ ਸ਼ੋਸ਼ਾ ਛੱਡ ਲਿਆ ਵੀ ਭਾਈ ਮੈਂ ਠੀਕ ਨਹੀਂ, ਇਸ ਕਰਕੇ ਮੈਂ ਨਹੀਂ ਆ ਸਕਦੀ। ਦੇਖੋ, ਜਦੋਂ ਇਹ ਬਿੱਲ ਦਾ ਰੌਲਾ ਪੈਂਦਾ ਸੀਗਾ, ਉਦੋਂ ਇਸ ਲੇਡੀ ਨੂੰ ਅਸਤੀਫਾ ਦੇਣਾ ਚਾਹੀਦਾ ਸੀ ਜਾਂ ਸੰਸਦ ਦੇ ਵਿੱਚ ਰਹਿ ਕੇ ਲੜਨਾ ਚਾਹੀਦਾ ਸੀ, ਵਿਰੋਧ ਕਰਨਾ ਚਾਹੀਦਾ ਸੀ? ਉਦੋਂ ਵਿਰੋਧ ਕਰਦੇ ਕਾਨੂੰਨ ਦਾ, ਆਰਾਮ ਨਾਲ ਅਸਤੀਫਾ ਇਹਨਾਂ ਦਾ ਸਿਰਫ ਇੱਕ ਚਾਲ ਸੀ ਕਿ ਮੈਂ ਤਾਂ ਉੱਥੇ ਹੈ ਹੀ ਨਹੀਂ। ਨਹੀਂ ਦੇਖੋ, ਇਹਨਾਂ ਨੇ ਇਹ ਤਾਂ ਕਿਸੇ ਤੋਂ ਨਹੀਂ ਵਰੁਣ ਜੀ ਲੁਕਿਆ। ਇਹਨਾਂ ਦੇ ਹੋਂਦ ਦੇ ਵਿੱਚ ਉਹ ਕਾਨੂੰਨ ਪਾਸ ਹੋਇਆ। ਇਹਨਾਂ ਨੇ ਤਾਂ ਪ੍ਰਮੋਟ ਵੀ ਇੱਥੇ ਕੀਤਾ, ਪਹਿਲਾਂ ਆਪ ਪ੍ਰਮੋਟ ਕਰਦੇ ਰਹੇ ਮਈਆਂ ਬੀਬੀ, ਫਿਰ ਵੱਡੇ ਬਾਦਲ ਹੁਣੀ ਲਿਆਂਦੇ ਇਹਨਾਂ ਨੇ ਵੀ ਤੁਸੀਂ ਵੀ ਕਹੋ ਕੁਛ। ਫਿਰ ਜਦੋਂ ਗੱਲ ਨਹੀਂ ਬਣੀ, ਫਿਰ ਇਹਨਾਂ ਨੇ ਜਾ ਕੇ ਆਪਣੀ ਵਿਚਾਰਤ ਤੋਂ ਅਸਤੀਫਾ ਦਿੱਤਾ। ਜਤਿੰਦਰ ਕੁਲਦੀਪ ਸਿੰਘ ਬਡਾਲਾ ਪੰਜਾਬ ਦੀ ਉਹ ਸ਼ਖਸੀਅਤ ਜਿਨ੍ਹਾਂ ਨੇ ਅਕਾਲੀ ਦਲ ਨੂੰ ਸਿਰਜਿਆ। ਹਾਲਾਂਕਿ ਇੱਥੇ ਕਿਸਾਨਾਂ ਦੀ ਗੱਲ ਹੈ, ਮੈਂ ਕਿਸੇ ਪਾਰਟੀਵਾਦ ਦੀ ਗੱਲ ਨਹੀਂ ਕਰ ਰਹੀ, ਇੱਕ ਜਰਨਲ ਗੱਲ ਕਰ ਰਹੀ ਹਾਂ। ਉਹਨਾਂ ਨੇ ਬੜੇ ਚਿਰ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਹੋਣਾ ਨੂੰ ਕਹਿ ਦਿੱਤਾ ਸੀਗਾ ਕਿ ਸੈਂਟਰ ਦੀ ਭਾਜਪਾ ਸਰਕਾਰ ਦੇ ਨਾਲ ਆਪਣਾ ਗੱਠਜੋੜ ਨਾ ਕਰੋ। ਅੱਜ ਆਖਰਕਾਰ ਇਹਨਾਂ ਨੂੰ ਆ ਕੇ ਤੋੜਨਾ ਪਿਆ। ਠੀਕ ਹੈ, ਇਹ ਜਿਹੜਾ ਬਾਦਲ ਪਰਿਵਾਰ ਹੈ, ਆਪਣੀ ਚੌਧਰ ਝਾੜਨ ਦੀ ਇਸ ਨੂੰ ਆਦਤ ਪੈ ਚੁੱਕੀ ਹੈ। ਔਰ ਜਦੋਂ ਆਵਾਜ਼ ਚੱਕਣ ਦਾ ਵੇਲਾ ਆਉਂਦਾ ਹੈ, ਬਿਮਾਰ ਹੋ ਗਏ ਨੇ ਹੁਣ ਬੀਬਾ ਜੀ ਤੇ PGI ਚਲੇ ਗਏ ਨੇ। ਹੁਣ ਚਲੋ ਅਸੀਂ ਨਹੀਂ ਕਹਿੰਦੇ ਰੱਬ ਉਹਨਾਂ ਨੂੰ ਛੇਤੀ ਛੇਤੀ ਠੀਕ ਕਰੇ, ਹੈ ਨਾ, ਕਿਉਂਕਿ ਆਪਾਂ ਪੰਜਾਬੀ ਹੁੰਦੇ ਆ, ਕਿਸੇ ਦਾ ਬੁਰਾ ਨਹੀਂ ਚਾਹੁੰਦੇ, ਚੰਗੇ ਹੋਣ, ਠੀਕ ਹੋਣ, ਤੰਦਰੁਸਤ ਹੋਣ, ਆਪਣੀ ਫੈਮਿਲੀ ਦੇਖਣ, ਪਰ ਸੱਚ ਬੋਲਣ। ਵਰੁਣ ਜੀ ਬਿਮਾਰ ਤੇ ਉਹ ਕੱਲ ਹੋਏ ਨੇ, ਪਹਿਲੇ ਇਹਨਾਂ ਦਿਨਾਂ 'ਚ ਧਰਨੇ 'ਚ ਬੈਠੇ ਕਿਉਂ ਤੇ ਵੱਡੇ ਬਾਦਲ ਹੋਣੀ, ਚਲੋ ਉਹ ਤਾਂ ਬਜ਼ੁਰਗ ਨੇ, ਉਹਨਾਂ ਦੀ ਸਿਹਤ ਵੀ ਨਾਸਾਜ਼ ਹੈ, ਹੈ ਨਾ। ਉਹਨਾਂ ਨੇ ਚਲੋ ਆਪਣਾ ਜਿਹੜਾ ਇੱਕ ਵੱਡਾ ਮਾਨ ਸਨਮਾਨ ਹੈ ਉਹ ਵੀ ਵਾਪਸ ਕਰ ਦਿੱਤੇ ਨਾ। ਆਪਾਂ ਇਹ ਨਹੀਂ ਕਹਿ ਰਹੇ, ਦੇਖੋ ਸੁਖਬੀਰ ਬਾਦਲ ਹੋਣੀ ਹਜੇ ਤੱਕ ਧਰਨੇ ਤੇ ਨਹੀਂ ਬੈਠੇ ਹੈਗੇ, ਹੈ ਨਾ। ਤੁਸੀਂ ਜਿੱਥੇ ਹੈਗੇ ਉਦੋਂ ਟਰੈਕਟਰਾਂ ਵਾਲੀਆਂ ਫੋਟੋਆਂ ਤੇ ਬੜੀਆਂ ਖਿਚਾਈਆਂ ਸੀ ਚੜ ਕੇ, ਉਹ ਮੀਮਸ ਬਣ ਰਹੇ ਸੀ ਕਿ ਕਹਿੰਦੇ ਜੀ ਇਹ ਫਲਾਨਿਓ ਯੂਪੀ ਵੱਲ ਦੀ ਆਉਣ ਡੇ ਆ, ਇਹ ਯੂਪੀ ਵੱਲੋਂ ਸਾਨੂੰ ਘੇਰਨਗੇ, ਯੂਪੀ ਵੱਲੋਂ ਘੇਰਨਗੇ ਜੀ ਕੇਂਦਰ ਸਰਕਾਰ ਨੂੰ, ਇਹ ਥੋੜਾ ਲੇਟ ਹੋ ਗਏ ਨੇ ਪਰ ਪਹੁੰਚ ਜਾਣਗੇ 2-3 ਮਹੀਨਿਆਂ ਦੇ ਵਿੱਚ। ਤਾਂ ਮੈਨੂੰ ਲੱਗਦਾ ਸੁਖਬੀਰ ਬਾਦਲ ਹੁਣੀ ਇਹ ਰਾਹ ਚੋਂ ਮੋੜਤੀ ਹੋਣੀ ਬੀਬਾ ਜੀ ਹੁਣੀ, ਤੇ ਸੁਖਬੀਰ ਬਾਦਲ ਹੁਣੀ ਹਲੇ ਟਰੈਕਟਰ ਤੇ ਹੀ ਆ। ਸੋ ਕਿਤੇ ਨਾ ਕਿਤੇ ਇਹ ਦੇਖੋ, ਜੇ ਜ਼ਿੰਮੇਵਾਰ ਹੋ ਤਾਂ ਫਿਰ ਖੜ ਕੇ ਜ਼ਿੰਮੇਵਾਰ ਬਣੋ, ਹਨਾ। ਜੇ ਆਪਾਂ ਹੁਣ ਗੱਲ ਕਰੀਏ ਕਿ ਤੁਸੀਂ ਇੱਕ ਪੋਲੀਟੀਕਲ ਮਾਈਲੇਜ ਵੀ ਲੈਣੀ ਆ ਤਾਂ ਚੰਗੇ ਤਰੀਕੇ ਨਾਲ ਲਓ। ਰਾਹੁਲ ਗਾਂਧੀ ਦੇਖਿਆ ਕਿਤੇ ਆਏ ਨਹੀਂ, ਉਹਨਾਂ ਨੇ ਕੱਲ ਹੀ ਇੱਕ ਜਿਹੜਾ ਸੀਗਾ ਬਿਆਨ ਦਿੱਤਾ ਸੀਗਾ, ਪਰ ਮੈਨੂੰ ਨਾ ਇਹ ਨਹੀਂ ਸਮਝ ਆਉਂਦੀ, ਬਿਆਨ ਦੇ ਰਹੇ ਨੇ, ਇੰਨੀ ਲੇਟ ਦੇ ਰਹੇ ਨੇ ਸਾਰੇ ਜਾਣੇ, ਔਰ ਪਹੁੰਚ ਜਾਣਾ ਚਾਹੀਦਾ ਸੀ ਸੜਕਾਂ ਤੇ ਇਹਨਾਂ ਨੂੰ ਹੱਲੇ ਤੱਕ। ਦੇਖੋ ਨਾ ਕਿਤੇ ਕੱਲ ਹੀ ਅਸੀਂ ਗੱਲ ਕਰ ਰਹੇ ਸੀ ਕਿ ਓਪੋਜੀਸ਼ਨ ਜਿਹੜੀ ਹੈ ਉਹ ਉਸ ਹੱਦ ਤੱਕ ਨਹੀਂ, ਦੇਖੋ ਜਦੋਂ ਲੋਕਤੰਤਰ ਦੀ ਗੱਲ ਕਰਦੇ ਆ ਨਾ, ਖੂਬਸੂਰਤੀ ਹੁੰਦੀ ਆ ਓਪੋਜੀਸ਼ਨ। ਜੇ ਸਰਕਾਰ ਤੋਂ ਕੁਝ ਗਲਤ ਹੋਇਆ ਨਾ ਤਾਂ ਉੱਥੇ ਖੜ ਕੇ ਕਹਿ ਦੋ ਵੀ ਇਹ ਤੁਹਾਡੇ ਤੋਂ ਗਲਤ ਹੋ ਗਿਆ, ਇਹਨੂੰ ਸਹੀ ਕਰੋ। ਹੁਣ ਦੇਖੋ ਓਪੋਜੀਸ਼ਨ ਜੇ ਇਹ ਕੰਮ ਕਰਦੀ ਤਾਂ ਅੱਜ ਸਾਡੇ ਕਿਸਾਨਾਂ ਨੂੰ ਇਹ ਕਰਨ ਦੀ ਲੋੜ ਨਹੀਂ ਸੀ, ਕਿਉਂਕਿ ਓਪੋਜੀਸ਼ਨ ਹੈ ਹੀ ਨਹੀਂ, ਇੰਨੀ ਸਟਰੋਂਗ ਨਹੀਂ ਹੈਗੀ। ਪਰ ਦੂਸਰੇ ਬੰਨੇ ਇਹ ਵੀ ਕਹਿ ਲਈਏ ਕਿ ਇਹਨਾਂ ਤੋਂ ਕਲੀਅਰ ਕੱਟ ਵਰਡਿਕ ਹੈ, ਇਹਨਾਂ ਕੋਲ ਇੱਕ ਮੈਜੋਰਿਟੀ ਹੈ, ਜਿਸ ਕਰਕੇ ਓਪੋਜੀਸ਼ਨ ਦਾ ਰੋਲ ਵੀ ਜਿਹੜਾ ਹੈ ਉਹ ਡਾਮਾਡੋਲ ਹੈ। ਪਰ ਜੋ ਤੁਸੀਂ ਰੌਲਾ ਤਾਂ ਐਟਲੀਸਟ ਪਾ ਸਕਦੇ ਹੋ। ਪਰ ਗੱਲ ਉੱਥੇ ਆਉਂਦੀ ਨਾ ਕਿ ਨੈਸ਼ਨਲ ਮੀਡੀਆ ਜਿਹੜਾ ਹੈ ਉਹ ਪ੍ਰੋ ਮੀਡੀਆ ਵੀ ਹੋ ਗਿਆ। ਮੈਨੂੰ ਲੱਗਦਾ ਹੈ ਕਿ ਪਹਿਲੀ ਵਾਰ ਇਦਾਂ ਹੋਇਆ ਹੋਣਾ ਹੈ ਕਿ ਸਾਡੇ ਦੇਸ਼ ਦੇ ਵਿੱਚ ਸਿਆਸਤਦਾਨਾਂ ਦਾ ਇੰਨਾ ਬੁਰਾ ਹਾਲ ਹੋ ਰਿਹਾ ਹੈ, ਕਿਉਂਕਿ ਪੰਜਾਬ ਨੂੰ ਸਿਆਸਤ ਦਾ ਗੜ੍ਹ ਮੰਨਿਆ ਜਾਂਦਾ ਹੈ। ਪੰਜਾਬ ਦੇ ਸਿਆਸਤ ਜਿਹੜੀ ਹੈ ਉੱਥੇ ਪਿੰਡਾਂ ਤੋਂ ਸ਼ੁਰੂ ਹੁੰਦੀ ਹੈ। ਹੁਣ ਕੋਈ ਨਹੀਂ ਪੁੱਛ ਰਿਹਾ ਇਹਨਾਂ ਨੂੰ ਕਿ ਤੁਸੀਂ ਆਏ ਨਹੀਂ ਜਾਂ ਕਿਉਂ ਨਹੀਂ ਆਏ, ਹੈ ਨਾ। ਉੱਥੇ ਸਭ ਕਿਸਾਨ ਬਣ ਕੇ ਗਏ ਹੋਏ ਨੇ, ਉੱਥੇ ਜਾਣਾ ਹੀ ਅਲਾਉਡ ਨਹੀਂ ਕੁਛ ਵੀ ਪਾਰਟੀ ਦਾ ਬਣ ਕੇ, ਔਰ ਬਹੁਤ ਵਧੀਆ ਗੱਲ ਹੈ। ਪਰ ਇਹਨਾਂ ਨੂੰ ਚਾਹੀਦਾ ਹੈ ਕਿ ਜੇ ਅਸੀਂ ਪਾਰਟੀ ਉੱਥੇ ਜਾਣੀ ਅਲਾਉਡ ਨਹੀਂ ਹੈਗੀ ਨਾ ਜਤਿੰਦਰ, ਤੇ ਇਹ ਖੁਦ ਕਿਸਾਨ ਬਣ ਕੇ ਚਲੇ ਜਾਣ। ਨਹੀਂ, ਕਿਸਾਨ ਬਣ ਕੇ ਜਾਣ ਦੀ ਲੋੜ ਨਹੀਂ। ਤੁਸੀਂ ਪਟਨਾ ਦਾ ਦੇਖੋ, ਜਿਹੜਾ ਤੇਜਸਵੀ ਯਾਦਵ ਹੈ, ਲਾਲੂ ਪ੍ਰਸਾਦ ਜੀ ਦਾ ਜਿਹੜਾ ਹੈ ਛੋਟਾ ਮੁੰਡਾ ਹੈ, ਜਿਹਨੂੰ 76 ਸੀਟਾਂ ਜਿਹੜਾ ਲੈ ਗਿਆ RJD ਤੋਂ, ਮਤਲਬ ਤੁਸੀਂ ਦੇਖੋ ਕਿਤੇ ਨਾ ਕਿਤੇ ਉਹ ਵੀ ਤਾਂ ਬੈਠਾ ਹੀ ਉੱਥੇ, ਹੈ ਨਾ। ਤੁਸੀਂ ਜੇ ਉਹ ਬੈਠਾ ਆ, ਉਹ ਪਟਨਾ ਬੈਠਾ ਹੈ ਧਰਨਾ ਲਾ ਕੇ, ਤੁਸੀਂ ਆਪਣੇ ਗੜ੍ਹ 'ਚ ਬੈਠ ਸਕਦੇ ਹੋ। ਤੁਹਾਡੇ ਤਾਂ ਤੁਹਾਡੀਆਂ ਗੱਡੀਆਂ ਦੇ ਨਾਲ 100 ਬੰਦਾ ਆਏ ਤੁਰਿਆ ਫਿਰਦਾ, ਤੁਸੀਂ ਇੱਕ ਥਾਂ ਬੈਠੋ ਸਹੀ, ਤੁਸੀਂ ਦੇਖੋ ਅਸੀਂ ਬੈਠੇ ਹਾਂ। ਪਰ ਗੱਲ ਉਹੀ ਹੈ ਨਾ ਵਰੁਣ ਜੀ ਕਿ ਸਰਕਾਰਾਂ ਦਰਬਾਰਾਂ ਨਾਲ ਮੱਥਾ ਕੌਣ ਲਾਵੇ? ਇਹ ਅੰਦਰ ਖਾਤੇ ਤਾਂ ਮਿਲੀ ਭਗਤ ਹੁੰਦੀ ਹੈ ਨਾ, ਵੀ ਜੇ ਤੂੰ ਮੇਰੇ ਛੋੜਿਆ ਤਾਂ ਮੈਂ ਤੇਰਾ ਛੇੜ ਦੇਣਾ। ਸ਼ਕਤੀਮਾਨ ਹੀ ਗੰਗਾਧਰ ਹੈ ਬਾਕੀ। ਉਹ ਕਿਤੇ ਨਾ ਕਿਤੇ ਇਹਨਾਂ ਦੀ ਆਪਸ 'ਚ ਮਿਲੀ ਭਗਤ ਹੈ। ਹੁਣ ਤੁਸੀਂ ਦੇਖੋ ਕਿ ਸਾਡੇ ਕੈਪਟਨ ਅਮਰਿੰਦਰ ਹੋਣਾ ਤੱਕ ਸੈਂਟਰ ਏਜੰਸੀਆਂ ਇੰਨੀਆਂ ਐਕਟਿਵ ਹੋ ਗਈਆਂ, ਉਹਨਾਂ ਦੇ ਪੋਤੇ, ਉਹਨਾਂ ਦੇ ਦੋਤੇ, ਉਹਨਾਂ ਦਾ ਬੇਟਾ, ਉਹ ਆਪ ਜਨਮ ਦਿਨ ਵਾਲੇ ਦਿਨ ਵੀ ਵਿਚਾਰਾ ਉੱਥੇ ਬਿਠਾਈ ਰੱਖਿਆ। ਸੋ ਹੁਣ ਮੱਥਾ ਲੈਣਾ ਕਿਹੜਾ ਸੌਖਾ ਹੈ। ਸੋ ਕਿਤੇ ਨਾ ਕਿਤੇ ਜਿਹੜਾ ਹੈ ਉਹ ਰਲੀਆਂ ਕਹਿੰਦੇ ਨੇ ਹੁੰਦੇ ਕਾਵਾਂ ਟੋਲੀ ਤੇ ਇੱਕੋ ਬੋਲੀ,
ਹੁਣ ਸਾਰਿਆਂ ਦੀ ਇੱਕੋ ਬੋਲੀ ਤੇ ਇਹਨਾਂ ਨੇ ਬੋਲਣੀ ਹੈਗੀ ਆ, ਬੋਲੀ ਇਹਨਾਂ ਨੇ ਇੱਕੋ ਹੀ ਬੋਲੀ ਜਾਣੀ ਆ। ਇਹਨਾਂ ਦਾ ਇੱਕੋ ਹੀ ਹਾਲਾਤ ਆ ਕਿ ਕਿਸੇ ਤਰੀਕੇ ਦੇ ਨਾਲ ਕਿਸਾਨਾਂ ਨੂੰ ਹਟਾ ਦਿੱਤਾ ਜਾਵੇ। ਕਿਸਾਨਾਂ ਨੇ ਹਟਣਾ ਨਹੀਂ, ਕਿਉਂਕਿ ਨੈਸ਼ਨਲ ਮੀਡੀਆ ਜੋ ਕੁਝ ਕਰ ਰਿਹਾ ਸੀ, ਹੁਣ ਨੈਸ਼ਨਲ ਮੀਡੀਆ ਨੂੰ ਮਜਬੂਰੀ 'ਚ ਕਵਰੇਜ ਕਰਨੀ ਪੈ ਗਈ ਹੈ। ਹੱਲੇ ਕਈ ਜਾਣੇ ਗਲਤ ਹੱਲੇ ਵੀ ਬੋਲ ਰਹੇ ਆ ਕਿਸਾਨਾਂ ਨੂੰ, ਤੇ ਪਰ ਨੈਸ਼ਨਲ ਮੀਡੀਆ ਨੇ ਵੀ ਟੇਕ ਕੇ ਬਹਿ ਜਾਣਾ ਆਰਾਮ ਦੇ ਨਾਲ। ਕਿਉਂ? ਕਿਉਂਕਿ ਸਾਡੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਉੱਥੇ ਟਿਕਣ ਹੀ ਨਹੀਂ ਦੇ ਰਹੇ, ਜਦੋਂ ਆਉਂਦੇ ਨੇ ਉਹਨਾਂ ਨੂੰ ਭਜਾ ਦਿੱਤਾ ਜਾਂਦਾ ਹੈ। ਔਰ ਜਿਹੜੀ ਇਹਨਾਂ ਦੀ ਆਪਸ 'ਚ ਰਲੀ ਹੋਈ ਟੋਲੀ ਹੈ, ਉਹਦਾ ਪਰਦਾਫਾਸ਼ ਸੋਸ਼ਲ ਸਾਈਟ ਨੇ ਬੜੇ ਸਾਫ਼ ਤੇ ਸਹੀ ਤਰੀਕੇ ਦੇ ਨਾਲ ਕੀਤਾ ਹੈ। ਸੋਸ਼ਲ ਸਾਈਟ ਦੀ ਬੜੀ ਵੱਡੀ ਤਾਕਤ ਹੁੰਦੀ ਹੈ ਕਿ ਇਸ ਤਰੀਕੇ ਦੇ ਨਾਲ ਸਾਡੇ ਕੋਲ ਵੀਡੀਓਜ਼ ਪਹੁੰਚੀਆਂ ਨੇ ਕਿ ਉੱਥੇ ਕਿਸਾਨ ਕਿਹੜੇ ਹਾਲਾਤਾਂ 'ਚੋਂ ਗੁਜ਼ਰ ਰਹੇ ਨੇ, ਕੀ ਕੁਝ ਹੋ ਰਿਹਾ ਹੈ। ਹੁਣ ਲੋੜ ਹੀ ਨਹੀਂ ਰਹੀ ਸਾਨੂੰ ਕਿ ਅਸੀਂ ਉਹਨਾਂ ਨੂੰ ਦੇਖ ਕੇ ਸੁਣੀਏ ਕਿ ਉੱਥੇ ਕੀ ਹੁੰਦਾ ਪਿਆ, ਸਾਨੂੰ ਡਾਇਰੈਕਟ ਪਤਾ ਲੱਗ ਰਿਹਾ ਉੱਥੇ ਕੀ ਹੋ ਰਿਹਾ। ਬਿਲਕੁਲ ਵਾਕਈ ਵਰੁਣ ਜੀ, ਜਦੋਂ ਫਿਰ ਗੱਲ ਕਰਦੇ ਆ ਨਾ ਕਿ ਹੁਣ ਜੰਗ ਜਿਹੜੀ ਹੈ ਉਹ ਪੱਕੀ ਹੋਈ ਆ, ਔਰ ਇੱਕ ਗੱਲ ਵੀ ਇਹ ਹੈ ਕਿ ਅਸੀਂ ਜਿੱਤਾਂਗੇ ਜ਼ਰੂਰ, ਜਾਰੀ ਜੰਗ ਰੱਖਿਓ। ਪਰ ਇਸ ਟਾਈਮ ਸਾਡਾ ਸ਼ੋਅ ਜਿਹੜਾ ਹੈ ਸਾਨੂੰ ਇੱਥੇ ਹੀ ਜਿਹੜਾ ਹੈ ਖਤਮ ਕਰਨਾ ਪੈਣਾ। ਫਿਰ ਮਿਲਾਂਗੇ ਕਿਸੇ ਨਵੇਂ ਸਿਲਸਿਲੇ ਦੇ ਵਿੱਚ ਨਵੀਆਂ ਖਬਰਾਂ ਲੈ ਕੇ। ਦੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ।